ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸ਼ਾਹ, ਸਿਰ ਸਾਹਾਂ ਦੈ ਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੂਰੇ ਮੁਰਦੇ ਨਾਮ ਪਾਇਆ ਜਾਏ, ਜੋਗ ਜੁਗਤ ਸਚ ਹੈ ਸਮਾਏ। ਪੂਰੇ ਮੁਰਦੇ ਨਾਮ ਪਾਇਆ ਜਾਏ, ਜੋਗ ਜੁਗਤ ਸਚ ਹੈ ਸਮਾਏ। ਬਾਰਹ ਮਹਿ ਜੋਗੀ ਪਰਮਾਏ, ਸੰਨਿਆਸੀ ਕੇ ਜਾਰ। ਗੁਰ ਕੈ ਸਬਦ ਜੁੜ ਬਾਜੀਵੈ, ਸੋ ਪਾਏ ਬੋਲ ਦੁਆਰ। ਬਿਨ ਸਬਦ ਸਭ ਤੁਝੈ ਲਾਗੈ, ਦੇਖਹੁ ਹਿਰਦੈ ਵਿਚਾਰ। ਨਾਨਕ ਵੱਡੇ ਸੇਵਕ ਭਾਗੀ, ਜਿਨੀ ਸੱਚ ਰਖਿਆ ਪੁਰ ਉਧਾਰ। ਬਿਨ ਸਬਦ ਸਭ ਤੁਝੈ ਲਾਗੈ, ਦੇਖਹੁ ਹਿਰਦੈ ਵਿਚਾਰ। ਨਾਨਕ ਵੱਡੇ ਸੇਵਕ ਭਾਗੀ, ਜਿਨੀ ਸੱਚ ਰਖਿਆ ਪੁਰ ਉਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਦੀਨ ਦਇਆਲ ਮਿਹਰਬਾਨ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ, ਬਾਣੀ ਗੁਰੂ, ਸਮਰੱਥ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ
ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਅੰਮ੍ਰਿਤ ਸਵਈਏ, ਸ੍ਰੀ ਚੌਪਈ ਸਾਹਿਬ, ਸ੍ਰੀ ਆਨੰਦ ਸਾਹਿਬ ਸੰਪੂਰਨ। ਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦੀ ਸੇਵਾ ਸਤਿਗੁਰੂ ਜੀ ਨੇ ਸੰਗਤਾਂ ਨੂੰ ਆਪਣੇ ਦਰਸ਼ਨ ਦੇ ਕੇ ਨਿਹਾਲ ਕੀਤਾ। ਆਸਾ ਕੀ ਵਾਰ ਦਾ ਸ਼ਬਦ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਲੜੀਵਾਰ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਅੰਮ੍ਰਿਤ ਬਾਣੀ ਦੁਆਰਾ ਪਵਿੱਤਰ ਕਲਿਆਣਕਾਰੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਜਗਤ ਗੁਰੂ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਿੱਧ ਗੋਸ਼ਟ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਇਹ 73 ਪੌੜੀਆਂ ਵਾਲੀ ਬਾਣੀ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਜਦੋਂ ਦੂਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਦੇ ਵਿੱਚ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਸੇਵਾ ਕਰ ਰਹੇ ਸਨ। ਤਿੰਨਾਂ ਨੇ ਬੇਨਤੀ ਕੀਤੀ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਬੇਨਤੀ ਕੀਤੀ ਕਿ ਮਹਾਰਾਜ ਜੋ ਸਮੇਰ ਪਰਬਤ ਤੇ ਅਚਲ ਬਟਾਲੇ ਇਹ ਵੱਖ-ਵੱਖ ਥਾਵਾਂ ਤੇ ਸਿੱਧਾਂ ਦੇ ਨਾਲ ਆਪ ਜੀ ਦੀ ਗਿਆਨ ਗੋਸ਼ਟ ਹੋਈ ਹੈ, ਗਿਆਨ ਚਰਚਾ ਹੋਈ ਹੈ। ਸਿੱਧਾਂ ਨੇ ਸਵਾਲ ਕੀਤੇ, ਆਪ ਜੀ ਨੇ ਜਵਾਬ ਦਿੱਤੇ। ਆਪ ਕਿਰਪਾ ਕਰਕੇ ਮਹਾਰਾਜ ਉਹ ਦੱਸੋ ਜੀ ਸਿੱਧਾਂ ਨੇ ਕੀ ਸਵਾਲ ਕੀਤੇ ਸੀ। ਤਾਂ ਉਸ ਵੇਲੇ ਸਤਿਗੁਰੂ ਜੀ ਨੇ ਫਿਰ ਇਹ ਬਾਣੀ ਉਚਾਰਨ ਕਰਕੇ ਦੱਸਿਆ ਕਿ ਸਿੱਧਾਂ ਨੇ ਸਾਨੂੰ ਇਹ ਸਵਾਲ ਕੀਤੇ ਸੀ ਸਮੇਰ ਪਰਬਤ ਤੇ ਜਾਂ ਅਚਲ ਬਟਾਲੇ ਵੱਖ-ਵੱਖ ਥਾਵਾਂ ਤੇ ਅਸੀਂ ਉਹਦੇ ਇਹ ਉੱਤਰ ਦਿੱਤੇ ਸੀ। ਇਹ ਸਿੱਧਾਂ ਦੇ ਸਵਾਲ ਤੇ ਗੁਰੂ ਸਾਹਿਬ ਜੀ ਦੇ ਜਵਾਬ, ਇਹ ਮਹਾਨ ਪਵਿੱਤਰ ਬਾਣੀ ਸਤਿਗੁਰੂ ਜੀ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਉਚਾਰਨ ਕੀਤੀ, ਜਿਸ ਦੀਆਂ ਸਾਧ ਸੰਗਤ ਜੀ 33 ਪੌੜੀਆਂ ਪਿਛੇ ਹੋ ਚੁੱਕੀਆਂ ਹਨ। 34ਵੀਂ ਪੌੜੀ ਦਾ ਪਾਠ ਆਪਾਂ ਸਰਵਣ ਕੀਤਾ ਹੈ। 941 ਅੰਗ ਤੋਂ ਹੇਠਲੇ ਪਾਸਿਓਂ ਇਹ 34ਵੀਂ ਪੌੜੀ ਆਰੰਭ ਹੁੰਦੀ ਹੈ। 942 ਅੰਗ ਤੇ ਸੰਪੂਰਨ ਹੁੰਦੀ ਹੈ। ਮਹਾਰਾਜ ਸਾਹਿਬ ਜੀ ਨੇ ਪਿਛਲੀ ਪੌੜੀ ਦੇ ਵਿੱਚ ਉਹ ਨਾਮ ਦੀ ਮਹਿਮਾ ਕਥਨ ਕੀਤੀ। 32ਵੀਂ ਪੌੜੀ ਵਿੱਚ ਵੀ 33ਵੀਂ ਪੌੜੀ ਵਿੱਚ ਵੀ ਜਿਵੇਂ ਸਤਿਗੁਰੂ ਜੀ ਨੇ ਫਰਮਾਇਆ ਸੀ, ਨਾਮੇ ਰਾਤੇ ਹਉਮੈ ਜਾਏ, ਨਾਮ ਰਤੇ ਸਚ ਰਹੇ ਸਮਾਏ, ਨਾਮ ਰਤੇ ਜੋਗ ਜੁਗਤ ਵਿਚਾਰ, ਨਾਮ ਰਤੇ ਪਾਵਹਿ ਮੋਖ ਦੁਆਰ, ਨਾਮ ਰਤੇ ਤ੍ਰਿਭਵਨ ਸੋਝੀ ਹੋਏ, ਨਾਨਕ ਨਾਮ ਰਤੇ ਸਦਾ ਸੁਖ ਹੋਏ। ਇਹ 32ਵੀਂ ਪੌੜੀ ਵਿੱਚ ਮਹਾਰਾਜ ਨੇ ਨਾਮ ਦੀ ਮਹਿਮਾ ਕਥਨ ਕੀਤੀ ਸੀ ਕਿ ਨਾਮ ਵਿੱਚ ਜੋ ਪ੍ਰੇਮ ਕਰਦਾ ਹੈ ਉਹਦੀ ਹਉਮੈ ਨਿਵਰਤ ਹੋ ਜਾਂਦੀ ਹੈ। ਨਾਮ ਵਿੱਚ ਪ੍ਰੇਮ ਕਰਨ ਵਾਲੇ ਸੱਚ ਵਿੱਚ ਸਮਾ ਜਾਂਦੇ ਆ। ਨਾਮ ਵਿੱਚ ਪ੍ਰੇਮ ਕਰਨ ਵਾਲੇ ਪਰਮੇਸ਼ਰ ਨਾਲ ਜੁੜਨ ਦੀ ਜੁਗਤੀ ਵਿਚਾਰ ਲੈਂਦੇ ਆ। ਨਾਮ ਵਿੱਚ ਪ੍ਰੇਮ ਕਰਨ ਵਾਲੇ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਲੈਂਦੇ ਆ। ਨਾਮ ਵਿੱਚ ਪ੍ਰੇਮ ਕਰਨ ਵਾਲਿਆਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਨਾਮ ਵਿੱਚ ਪ੍ਰੀਤ ਕਰਨ ਵਾਲੇ ਸਦਾ ਵਾਸਤੇ ਸੁਖੀ ਹੋ ਜਾਂਦੇ ਆ। ਇਸੇ ਤਰ੍ਹਾਂ 33ਵੀਂ ਪੌੜੀ ਵਿੱਚ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਸਿੱਧਾਂ ਨੂੰ ਕਿ ਨਾਮ ਵਿੱਚ ਪ੍ਰੇਮ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਗੋਸ਼ਟੀ ਵਿਚਾਰ ਕਰਦੇ, ਆਪ ਉਹਨਾਂ ਦੀ ਵਾਹਿਗੁਰੂ ਦੇ ਨਾਲ ਸਾਂਝ ਪੈ ਜਾਂਦੀ ਹੈ। ਨਾਮ ਰਤੇ ਸਿੱਧ ਗੋਸ਼ਟ ਹੋਏ। ਤੇ ਇਹ ਸਿੱਧੋ ਤੁਹਾਡੇ ਨਾਲ ਵੀ ਗੋਸ਼ਟ ਕਰਦੇ। ਨਾਮ ਰਤੇ ਸਦਾ ਤਪ ਹੋਏ। ਨਾਮ ਵਿੱਚ ਪ੍ਰੇਮ ਕਰਨ ਵਾਲਿਆਂ ਦਾ ਸਦਾ ਹੀ ਤਪ ਹੁੰਦਾ। ਨਾਮ ਰਤੇ ਸੱਚ ਕਰਨੀ ਸਾਰ। ਨਾਮ ਵਿੱਚ ਪ੍ਰੇਮ ਕਰਨ ਵਾਲੇ ਸੱਚੀ ਭਗਤੀ ਦੀ ਸ੍ਰੇਸ਼ਟ ਕਰਨੀ ਕਰਦੇ। ਨਾਮ ਰਤੇ ਗੁਣ ਗਿਆਨ ਵਿਚਾਰ। ਨਾਮ ਵਿੱਚ ਪ੍ਰੇਮ ਕਰਨ ਵਾਲੇ ਗੁਣਾਂ ਦੀ ਗਿਆਨ ਦੀ ਵਿਚਾਰ ਕਰਦੇ। ਬਿਨ ਨਾਵੈ ਬੋਲੇ ਸਭ ਬੇਕਾਰ। ਨਾਮ ਤੋਂ ਬਿਨਾਂ ਜਿੰਨਾ ਬੋਲਣਾ ਮਾਰੇ ਕਹਿੰਦੇ ਉਹ ਵਿਅਰਥ ਬੋਲਣਾ ਹੈ।
ਨਾਨਕ ਨਾਮ ਰਤੇ ਤਿਨ ਕਉ ਜੈਕਾਰ। ਜਿਹੜੇ ਨਾਮ ਵਿੱਚ ਰਤੇ ਹੋਏ ਆ, ਨਾਮੀ ਪਰਮੇਸ਼ਰ ਦੇ ਨਾਮ ਨਾਲ ਪ੍ਰੇਮ ਕਰਦੇ ਆ, ਉਹਨਾਂ ਦੀ ਸਦਾ ਜੈ ਜੈਕਾਰ ਹੁੰਦੀ ਹੈ, ਉਹਨਾਂ ਨੂੰ ਸਦਾ ਜਿੱਤ ਹਾਸਲ ਹੁੰਦੀ ਹੈ। ਉਹ ਮਨ ਤੇ ਜਿੱਤ ਪਾਉਂਦੇ ਹਨ ਤੇ ਉਹਨਾਂ ਨੂੰ ਸਦਾ ਜੈਕਾਰ, ਸਦਾ ਵਾਸਤੇ ਨਮਸਕਾਰ ਹੈ। ਨਾਨਕ ਨਾਮ ਰਤੇ ਤਿਨ ਕਉ ਜੈਕਾਰ। ਨਾਮ ਵਿੱਚ ਪ੍ਰੇਮ ਕਰਨ ਵਾਲਿਆਂ ਨੂੰ ਸਦਾ ਵਾਸਤੇ ਨਮਸਕਾਰ ਹੈ ਸਾਡੀ, ਉਹਨਾਂ ਨੂੰ ਨਮਸਕਾਰ ਹੈ। ਤਾਂ ਨਾਮ ਦੀ ਐਸੀ ਮਹਿਮਾ ਜਦੋਂ ਕਥਨ ਕੀਤੀ ਤਾਂ ਫਿਰ ਸਾਧ ਸੰਗਤ ਜੀ ਸਿੱਧਾ ਨੇ ਜਗਤ ਗੁਰੂ ਜੀ ਨੂੰ ਬੇਨਤੀ ਕੀਤੀ ਵੀ ਜਿਸ ਨਾਮ ਦੀ ਇੰਨੀ ਵੱਡੀ ਮਹਿਮਾ ਹੈ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ, ਤੇ ਉਹ ਨਾਮ ਪ੍ਰਾਪਤ ਕਿਵੇਂ ਹੁੰਦਾ ਹੈ, ਨਾਮ ਮਿਲਦਾ ਕਿਵੇਂ ਹੈ। ਤਾਂ ਸਤਿਗੁਰੂ ਜੀ ਅੱਜ 34ਵੀਂ ਪੌੜੀ ਦੇ ਵਿੱਚ ਕਿਰਪਾ ਕਰਕੇ ਦੱਸਦੇ ਹਨ। ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੂਰੇ ਗੁਣ ਤੇ ਨਾਮ ਪਾਇਆ ਜਾਏ। ਜਗਤ ਗੁਰੂ ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਹਨ, ਹੇ ਸਿੱਧੋ, ਨਾਮ ਪੂਰੇ ਗੁਰੂ ਸਾਹਿਬ ਜੀ ਤੋਂ ਪ੍ਰਾਪਤ ਹੁੰਦਾ ਹੈ। ਪੂਰੇ ਗੁਰੂ ਦੁਆਰਾ ਹੀ ਨਾਮ ਪਾਇਆ ਜਾਂਦਾ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਬਹੁਤ ਵਾਰੀ ਇਹ ਪਵਿੱਤਰ ਉਪਦੇਸ਼ ਬਖਸ਼ਦਿਆਂ ਬਚਨ ਉਚਾਰੇ ਕਿ ਭਾਈ ਪੂਰੇ ਗੁਰੂ ਦੇ ਲੜ ਲੱਗੋ, ਸੱਚੇ ਗੁਰੂ ਦੇ ਲੜ ਲੱਗੋ। ਇਹਦਾ ਭਾਵ ਕਿ ਅਧੂਰੇ ਤੋਂ ਪਾਸਾ ਵੱਟ ਲਓ, ਜੋ ਕੱਚੇ ਹਨ ਉਹਨਾਂ ਦੇ ਪਾਸ ਨਾ ਜਾਓ। ਜਿਵੇਂ ਅੰਮ੍ਰਿਤ ਬਾਣੀ ਜੀ ਮਹਾਰਾਜ ਸਾਹਿਬ ਜੀ ਨੇ ਫਰਮਾਇਆ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਏ। ਮਹਾਰਾਜ ਕਹਿੰਦੇ ਸਤਿਗੁਰੂ ਜੀ ਦੀ ਰੀਸ ਤਾਂ ਬਹੁਤ ਲੋਕ ਕਰਦੇ, ਪਰ ਝੂਠੇ ਲੋਕ, ਅਧੂਰੇ ਲੋਕ, ਉਹ ਕੱਚੇ ਪਿੱਲੇ ਝੜ ਪੈਣਗੇ। ਰੀਸ ਕੀਤਿਆਂ ਪੂਰੇ ਗੁਰੂ ਦੀ ਰੀਸ ਨਹੀਂ ਹੋ ਸਕਦੀ ਹੈ। ਇਸੇ ਤਰ੍ਹਾਂ ਸੁਖਮਨੀ ਸਾਹਿਬ ਦੇ ਵਿੱਚ ਵੀ ਮਹਾਰਾਜ ਸਾਹਿਬ ਜੀ ਨੇ ਫਰਮਾਇਆ, ਅਖੀਰਲੀ ਅਸ਼ਟਪਦੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਮਹਾਰਾਜ ਕਹਿੰਦੇ ਪੂਰੇ ਗੁਰ ਕਾ ਸੁਣਿ ਉਪਦੇਸ਼। ਇਹ ਭਾਈ ਪੂਰੇ ਗੁਰੂ ਦਾ ਉਪਦੇਸ਼ ਸੁਣ। ਇਹਦੇ ਚ ਸੁਭਾਵਿਕ ਹੀ ਦੂਸਰਾ ਭਾਵ ਪੈਦਾ ਹੁੰਦਾ ਹੈ ਕਿ ਮਹਾਰਾਜ ਕਹਿੰਦੇ ਵੀ ਅਧੂਰੇ ਦਾ ਨਾਂ ਸੁਣ, ਵੀ ਅਧੂਰੇ ਦੇ ਉਪਦੇਸ਼ ਨੇ, ਅਧੂਰੇ ਦੀ ਅਧੂਰੀ ਸਿੱਖਿਆ ਨੇ ਤੈਨੂੰ ਬੰਨੇ ਨਹੀਂ ਲਾਉਣਾ। ਇਹ ਸੰਸਾਰ ਸਮੁੰਦਰ ਤੋਂ ਤੈਨੂੰ ਬੰਨੇ ਲਾਉਣਾ ਤਾਂ ਪੂਰੇ ਗੁਰੂ ਦੇ ਉਪਦੇਸ਼ ਨੇ ਲਾਉਣਾ। ਇਸ ਕਰਕੇ ਪੂਰੇ ਗੁਰ ਕਾ ਸੁਣਿ ਉਪਦੇਸ਼, ਪੂਰੇ ਗੁਰੂ ਦਾ ਦਰਸ਼ਨ ਕਰਿਆ ਕਰ, ਪੂਰੇ ਗੁਰੂ ਦਾ ਉਪਦੇਸ਼ ਸੁਣਿਆ ਕਰ। ਪੂਰੇ ਗੁਰੂ ਸਾਧ ਸੰਗਤ ਜੀ 10 ਪਾਤਸ਼ਾਹੀਆਂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੂਰੇ ਸਤਿਗੁਰੂ, 10 ਪਾਤਸ਼ਾਹੀਆਂ ਤੇ 10 ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਸਤਿਗੁਰੂ ਹਨ। ਪੂਰੇ ਗੁਰ ਕਾ ਸੁਣਿ ਉਪਦੇਸ਼, ਫਿਰ ਕੀ ਹੋਵੇਗਾ? ਪਾਰ ਬ੍ਰਹਮ ਨਿਕਟ ਕਰ ਪੇਖ, ਫਿਰ ਪਾਰ ਬ੍ਰਹਮ ਨੂੰ ਨੇੜੇ ਵੇਖ ਲਵੇਗਾ। ਸਾਸ ਸਾਸ ਸਿਮਰਹੁ ਗੋਬਿੰਦ, ਉਹਦੇ ਵਾਸਤੇ ਸਵਾਸ ਸਵਾਸ ਗੋਬਿੰਦ ਦਾ ਸਿਮਰਨ ਕਰਨਾ ਪਵੇਗਾ। ਮਨ ਅੰਤਰ ਕੀ ਉਤਰੈ ਚਿੰਦ, ਮਨ ਅੰਦਰ ਦੀ ਚਿੰਤਾ ਉਤਰ ਜਾਵੇਗੀ, ਚਿੰਤਾ ਲੱਥ ਜਾਵੇਗੀ। ਆਸ ਅਨਿਤ ਤਿਆਗਹੁ ਤਰੰਗ, ਜੋ ਨਾਸ ਹੋਣ ਵਾਲੇ ਪਦਾਰਥ, ਨਿਤ ਨਾ ਰਹਿਣ ਵਾਲੇ ਪਦਾਰਥ, ਉਹਨਾਂ ਦੀ ਜੋ ਆਸ ਲਾਈ ਹੋਈ ਹੈ, ਜੋ ਅੰਦਰੋਂ ਫੁਰਨਿਆਂ ਰੂਪੀ ਤਰੰਗਾਂ ਉੱਠਦੀਆਂ ਹਨ, ਮਹਾਰਾਜ ਕਹਿੰਦੇ ਉਹਨਾਂ ਨੂੰ ਤਿਆਗ ਦੇ। ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗ, ਗੁਰੂ ਕੇ ਪਿਆਰੇ ਸੰਤ ਜਨਾਂ ਗੁਰਸਿੱਖਾਂ ਦੀ ਚਰਨ ਧੂੜੀ ਮੰਗਣਾ ਕਰ। ਆਪ ਛੋੜ ਬੇਨਤੀ ਕਰੋ, ਆਪਾ ਭਾਵ ਛੱਡ ਕੇ, ਅਹੰਕਾਰ ਛੱਡ ਕੇ ਬੇਨਤੀ ਕਰੋ ਭਾਈ ਨਿਮਰਤਾ ਵਿੱਚ।
ਸਾਧ ਸੰਗ ਅਗਨ ਸਾਗਰ ਤਰੋ। ਤੇ ਗੁਰੂ ਕੀ ਸਾਧ ਸੰਗਤ ਕਰਦਿਆਂ ਹੋਇਆਂ ਇਹ ਅੱਗ ਦੇ ਸਾਗਰ ਤੋਂ ਪਾਰ ਉਤਰ ਜਾਓਗੇ। ਸੰਸਾਰ ਅੱਗ ਦਾ ਸਾਗਰ ਹੈ। ਸਾਰੇ ਪਾਸੇ ਅੱਗ ਦੀਆਂ ਲਾਟਾਂ ਮੱਚਦੀਆਂ ਪਈਆਂ। ਕਾਮ ਦੀ ਅੱਗ ਮੱਚਦੀ ਪਈ, ਕ੍ਰੋਧ ਦੀ ਅੱਗ ਬਲਦੀ ਪਈ, ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਈਰਖਾ ਦੀ ਅੱਗ ਮੱਚਦੀ ਪਈ ਸੰਸਾਰ ਦੇ ਵਿੱਚ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ ਦੁੱਖ ਸਬਾਇਆ ਜਗ। ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਰਿਹਾ ਅੱਗ। ਘਰ ਘਰ ਦੇ ਵਿੱਚ ਹੀ ਸੰਸਾਰ ਸੜ ਭੁੱਜ ਰਿਹਾ ਹੈ। ਲੜਾਈ ਝਗੜੇ ਈਰਖਾ ਦਵੈਰ ਅੱਗ ਮੱਚਦੀ ਪਈ ਸੰਸਾਰ ਦੇ ਵਿੱਚ। ਤੇ ਮਹਾਰਾਜ ਕਹਿੰਦੇ ਸਾਧ ਸੰਗਤ ਕਰਦਿਆਂ ਇਹ ਅੱਗ ਦੇ ਸਾਗਰ ਤੋਂ ਪਾਰ ਹੋਵੇਗਾ। ਸਾਧ ਸੰਗ ਅਗਨ ਸਾਗਰ ਤਰਹੁ ਹਰ ਧਨ ਕੇ ਭਰ ਲਿਓ ਭੰਡਾਰ। ਵਾਹਿਗੁਰੂ ਦੇ ਨਾਮ ਧਨ ਦੇ ਭੰਡਾਰੇ ਭਰ ਲਵੇਂਗਾ ਗੁਰਮੁਖਾ। ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ। ਪਰ ਇਹ ਦਾਤਾਂ ਇਹ ਬਖਸ਼ਿਸ਼ਾਂ ਉਦੋਂ ਮਿਲਣਗੀਆਂ ਜਦੋਂ ਪੂਰੇ ਗੁਰੂ ਨੂੰ ਨਮਸਕਾਰ ਕਰੇਗਾ। ਪੂਰੇ ਗੁਰੂ ਦੇ ਦਰਸ਼ਨਾਂ ਦਾ ਹੀ ਬਹੁਤ ਵੱਡਾ ਫਲ ਹੈ। ਪੂਰੇ ਗੁਰੂ ਨੂੰ ਨਮਸਕਾਰ ਕਰਨ ਦਾ ਹੀ ਬਹੁਤ ਵੱਡਾ ਪੁੰਨ ਪ੍ਰਾਪਤ ਹੁੰਦਾ ਹੈ। ਕਾਰੇ ਅੰਜੁਲੀ ਪੁੰਨ ਵੱਡਾ ਹੈ। ਜਦੋਂ ਹੱਥ ਜੋੜ ਕਰਕੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਜਾਂਦੀ ਹੈ, ਮੱਥਾ ਟੇਕਿਆ ਜਾਂਦਾ ਹੈ, ਸਤਿਗੁਰੂ ਜੀ ਨੂੰ ਵੰਦਨਾ ਕੀਤੀ ਜਾਂਦੀ ਹੈ, ਗਰੀਬ ਨਵਾਜ ਕਹਿੰਦੇ ਇਹਦੇ ਨਾਲ ਹੀ ਵੱਡਾ ਪੁੰਨ ਪ੍ਰਾਪਤ ਹੋ ਜਾਂਦਾ ਹੈ। ਕਰ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਤੇ ਡੰਡੇ ਵੱਤ ਜੋ ਨਮਸਕਾਰ ਕੀਤੀ ਜਾਂਦੀ, ਡੰਡੌਤ ਕੀਤੀ ਜਾਂਦੀ, 8 ਅੰਗ ਲਾ ਕਰਕੇ ਅਸ਼ਟਾਂਗ ਡੰਡੌਤ ਕੀਤੀ ਜਾਂਦੀ, ਅੰਦਰੋਂ ਮਨ ਦੇ ਵੱਲ ਵਿੰਗ ਕੱਢ ਕੇ ਅੰਦਰ ਨੂੰ ਸਿੱਧਾ ਕਰਕੇ ਨਮਸਕਾਰ ਕੀਤੀ ਜਾਂਦੀ, ਵੱਡਾ ਪੁੰਨ ਪ੍ਰਾਪਤ ਹੁੰਦਾ ਹੈ। ਕਰ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਜਦੋਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਦੇ ਹਾਂ ਤੇ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਦਿਆਂ ਹੋਇਆਂ ਪਹਿਲਾਂ 4 ਗੁਰੂ ਸਾਹਿਬਾਂ ਨੂੰ ਨਮਸਕਾਰ ਕੀਤੀ, 4 ਗੁਰੂ ਸਾਹਿਬਾਂ ਨੂੰ ਵੰਦਨਾ ਕੀਤੀ। ਗਰੀਬ ਨਵਾਜ ਦੇ ਬਚਨ ਪੜ੍ਹਦੇ ਹਾਂ ਸਾਧ ਸੰਗਤ ਜੀ। ਗੌੜੀ ਸੁਖਮਨੀ ਮਹੱਲਾ 5ਵਾਂ ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਦ ਗੁਰ ਏ ਨਮਹਿ। ਆਦ ਦਾ ਅਰਥ ਹੈ ਪਹਿਲੇ, ਜੋ ਸਾਡੇ ਪਹਿਲੇ ਸਤਿਗੁਰੂ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਆਦ ਗੁਰ ਪਹਿਲੇ ਗੁਰੂ ਸਾਹਿਬ ਜੀ ਦੇ। ਏ ਕਹੀਏ ਤਾਈ, ਨਮਹਿ ਕਹੀਏ ਨਮਸਕਾਰ ਹੈ। ਪਹਿਲੇ ਸਤਿਗੁਰਾਂ ਨੂੰ ਸਾਡੀ ਨਮਸਕਾਰ। ਜੁਗਾਦ ਗੁਰ ਏ ਨਮਹਿ। ਤੇ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਦੋਹਾਂ ਸਤਿਗੁਰਾਂ ਤੋਂ ਜਿਹੜੇ ਆਦਿ ਪਹਿਲੇ ਗੁਰੂ ਭਾਵ ਧੰਨ ਸ੍ਰੀ ਗੁਰੂ ਰਾਮਦਾਸ ਤੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੋਂ ਪਹਿਲੇ ਸਤਿਗੁਰੂ ਕੌਣ? ਦੋਹਾਂ ਸਤਿਗੁਰਾਂ ਤੋਂ ਪਹਿਲੇ ਉਹ ਦੂਜੇ ਪਾਤਸ਼ਾਹ। ਜੁਗਾਦ ਗੁਰ ਏ ਨਮਹਿ ਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਸਾਡੀ ਨਮਸਕਾਰ ਹੈ। ਫਿਰ ਮਹਾਰਾਜ ਕਹਿੰਦੇ ਸਤਿਗੁਰ ਏ ਨਮਹਿ। ਸਤਿਗੁਰ ਜੋ ਆਪਣੇ ਗੁਰੂ ਸਾਹਿਬ ਜੀ ਦੇ ਗੁਰੂ ਸਾਹਿਬ ਹੋਣ ਉਹਨਾਂ ਨੂੰ ਸਤਿਗੁਰੂ ਆਖਿਆ ਜਾਂਦਾ। ਸਤਿ ਪ੍ਰਤੱਗੀ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਤਾਈਂ ਸਾਡੀ ਤੀਜੇ ਪਾਤਸ਼ਾਹ ਜੀ ਦੇ ਤਾਈਂ ਨਮਸਕਾਰ ਹੈ। ਫਿਰ ਗਰੀਬ ਨਵਾਜ ਕਹਿੰਦੇ ਸ੍ਰੀ ਗੁਰਦੇਵ ਏ ਨਮਹਿ। ਸ੍ਰੀ ਸੋਭਾ ਵਾਲੇ। ਸ੍ਰੀ ਮਾਇਆ ਦਾ ਨਾਮ ਵੀ ਹੈ, ਜਿਨ੍ਹਾਂ ਸਤਿਗੁਰਾਂ ਨੇ ਮਾਇਆ ਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤੀ। ਉਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਿਤਾ ਗੁਰਦੇਵ। ਸਤਿਗੁਰੂ ਪਿਤਾ ਜੀ ਵਾਸਤੇ ਪੰਚਮ ਪਾਤਸ਼ਾਹ ਜੀ ਨੇ ਬਹੁਤ ਵਾਰੀ ਗੁਰਦੇਵ ਅੱਖਰ ਵਰਤਿਆ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ। ਸ੍ਰੀ ਗੁਰਦੇਵ ਏ ਨਮਹਿ। ਸੋਭਾ ਵਾਲੇ ਗੁਰਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਤਾਈਂ ਸਾਡੀ ਨਮਸਕਾਰ ਹੈ। ਨਮਸਕਾਰ ਗੁਰਦੇਵ ਕੋ ਭਾਈ ਗੁਰਦਾਸ ਸਾਹਿਬ ਜੀ ਵੀ ਕਹਿੰਦੇ ਕਿ ਗੁਰਦੇਵ ਸਤਿਗੁਰੂ ਜੀ ਨੂੰ ਨਮਸਕਾਰ ਹੈ।
नमस्कार गुरुदेव को सतनाम जिस मंत्र सुनाया। जिस सतगुरु जी ने सच्चे नाम का मंत्र सुनाया, भवजल विचों कढ कै मुक्त पदार्थ माहे समाया। संसार भवजल चों कढ के ते मुक्ति पदार्थ दे विच जिन्हां ने साडी समाई कीती, उस गुरुदेव नूं नमस्कार है। कलगीधर पातशाह चौपई साहिब च फरमाउंदे आद अंत एक अवतारा सोई गुरु समझिया हो हमारा। जो सृष्टि दे आद तो सृष्टि दे अंत तक इको एक आप ही है, जिसका ना आद है ना अंत है। ऐसा जो परमेश्वर वो साडा गुरु है ते उस दे ताई साडी नमस्कार है। आदि अंत एक अवतारा सोई गुरु समझिया हो हमारा। नमस्कार तिस ही को हमारी सकल प्रजा जिन्हें आप सवारी। जिन्हें सारी सृष्टि रूपी प्रजा आप सवारी है, आप पैदा की, आप साजिया सवारिया सब नूं। उस वाहिगुरु जी दे ताई अकाल पुरख परमात्मा देव दे ताई साडी नमस्कार है। तां गरीब नवाज धन श्री गुरु नानक देव साहिब कहिंदे सिद्धो पूरे गुर ते नाम पाया जाए। जो नाम इन्नियां बरकतां वाला है, इन्नियां ताकतां देण वाला है, इन्नियां शक्तियां देण वाला है। जिस नाम दे नाल जुड़ करके हौमे दी निवृत्ति हो जाती है। जिस नाम दे नाल प्रेम कीतियां सच्चे वाहिगुरू विच समा जाईदा है। जिस दा नाम है उस विच समा जाईदा है। जिस नाम दे नाल जुड़िया परमेश्वर दे नाल जुड़न दी जुगती दी विचार प्राप्त हो जाती है। जिस नाम नाल प्रेम कीतियां मुक्ति दा दरवाजा ज्ञान पा लईदा है। जिस नाम दे नाल प्रेम कीतियां तिन्ना भवनां दी सोझी हो जाती है, अंतरजामता प्राप्त हो जाती है। ऐसा जो नाम है इन्नियां ताकतां वाला, इन्नियां बरकतां वाला, इन्नियां शक्तियां वाला, इन्नी वड्डी समर्था वाला जो नाम है, वो नाम पूरे गुरु साहिब दे पासों पाया जाता है। पूरे गुर ते नाम पाया जाए। इस करके साध संगत जी पूरे गुरु की अत्यंत लोड़ है। पूरे गुरु साहिब जी की बख्शिश के नाल ही वाहिगुरू जी के नाम की प्राप्ति होंदी है। ते नाम ही जीव नूं जम्मण मरण तो रहत करन वाला। नाम दे बराबर मारे कहंदे होर कोई साधन ही नहीं है संसार दे विच। नाम तुल कछ अवर ना होए, नानक गुरमुख नाम पावे जन कोय। इस करके महाराज कहते नाम भी भाई पूरे गुरु साहिब के पासों प्राप्त होना है, कच्चे पिले के कोलों नहीं। नाम वंडन नूं ते सारे संसार दे विच बड़े लोग नाम देंदे आ, नाम दे दाते बने हुए आ, गुरु कहाउंदे अपने आप नूं। पर धन श्री गुरु नानक देव साहिब महाराज जी ने सिद्ध गोष्ठ के पहला जिहड़ी बाणी आउंदी है दखणी ओंकार, उस बाणी विच भी दसिया काचे गुर ते मुक्त ना हुआ। कि कच्चे गुरु दे लड़ लगन करके नाम नहीं प्राप्त हो सकता। कच्चे गुरु ने मुक्ति नहीं देनी है, क्योंकि कच्चा पिला गुरु आप भी बंधना विच पिया है। उन्हें अपने चेलियां नूं अपने सेवकां नूं भी बंधना दे विच पाउणा। इस करके भाई नाम तो पूरे गुरु दे पासों प्राप्त हुंदा। तां ही गुरु साहिब जी ने अमृत बाणी दे अंदर साध संगत जी वार वार अखर वरतिया है कि पूरे गुरु दे लड़ लग। जिवें सतगुरु फरमाउंदे गुर पूरा भेटियो वड भागी, मन है भया परगासा, कोई ना पहुँचन हारा दूजा, अपने साहिब का परवासा। मारे कहंदे पूरा गुरु वड्डियां भागां नाल मिलदा भाई। पूरा गुरु सच्चे गुरु। आसा की वार दे विच आसा राग दे संत जिस वेले गुरु घर दे कीर्तनीए पढ़ते हैं, गायन करते हैं, उस वेले भी चौथे पातशाह महाराज का भजन आपां सरवण करते हैं। सतगुरु कहिंदे आ कि जिन्हां नूं पूरा गुरु मिलिया उन्हां नूं ही पूरे सतगुरु ने नाम दे विच प्रपक्ता दिती, नाम दृढ़ कराया। क्योंकि नाम पूरे गुरु साहिब ही दे सकते। पूरे गुरु साहिब के पास ही समर्था है किसी नूं नाम देण दी। धन श्री गुरु रामदास साहिब जी महाराज
ਆਸਾ ਰਾਗ ਦੇ ਸ਼ੰਤਾਂ ਦੇ ਵਿੱਚ ਕਹਿੰਦੇ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਜਿਨ੍ਹਾਂ ਭੇਟਿਆ ਮੇਰਾ ਸਤਿਗੁਰੂ, ਜਿਨ੍ਹਾਂ ਭੇਟਿਆ ਮੇਰਾ ਪੂਰਾ 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 ਸਤਿਗੁਰੂ, ਤਿਨ ਹਰ ਹਰ ਨਾਮ ਦਿਰੜਾਵੈ RAM ਰਾਜੇ, ਤਿਨ ਹਰ ਹਰ ਨਾਮ ਦਿਰੜਾਵੈ RAM ਰਾਜੇ, ਹਰ ਹਰ ਨਾਮ ਦਿਰੜਾਵੈ RAM ਰਾਜੇ, ਤਿਨ ਹਰ ਹਰ ਨਾਮ ਦਿਰੜਾਵੈ RAM ਰਾਜੇ। ਇਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਜੀ ਦਾ ਬਚਨ ਹੈ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਹਰ ਨਾਮ ਦਿਰੜਾਵੈ RAM ਰਾਜੇ। ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲਦਾ ਭਾਈ, ਉਹਨਾਂ ਨੂੰ ਵਾਹਿਗੁਰੂ ਜੀ ਦੇ ਨਾਮ ਦੀ ਦ੍ਰਿੜਤਾ ਦਿੰਦੇ ਆ ਪੂਰੇ ਸਤਿਗੁਰੂ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਹਰ ਨਾਮ ਦ੍ਰਿੜਾਵੈ RAM ਰਾਜੇ। ਇਸ ਕੀ ਤ੍ਰਿਸ਼ਨਾ ਭੁਖਸਾ ਵੀ ਉਤਰੈ, ਜੋ ਹਰ ਨਾਮ ਧਿਆਵੈ, ਜੋ ਹਰ ਹਰ ਨਾਮ ਧਿਆਏ ਦੇ, ਤਿਨ ਜਮ ਨੇੜ ਨਾ ਆਵੈ। ਜਨ ਨਾਨਕ ਕਉ ਹਰਿ ਕਿਰਪਾ ਕਰ, ਨਿਤ ਜਪੈ ਹਰ ਨਾਮ ਤਰਾਵੈ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਕਬਿਤ ਸਵਈਆਂ ਦੇ ਵਿੱਚ ਬਚਨ ਕਰਦੇ ਆ। ਉਹ ਕਹਿੰਦੇ, ਭਾਈ ਜਿਹੜੀ ਦਾਤ ਸਤਿਗੁਰੂ ਜੀ ਦੇ ਪਾਸੋਂ ਪ੍ਰਾਪਤ ਹੋਣੀ ਨਾ, ਪੂਰੇ ਗੁਰੂ ਸਾਹਿਬ ਜੀ ਦੇ ਪਾਸੋਂ ਜੋ ਦਇਆ, ਜੋ ਬਖਸ਼ਿਸ਼, ਜੋ ਦਾਤ ਪ੍ਰਾਪਤ ਹੋਣੀ ਹੈ, ਸੰਸਾਰ ਦੇ ਵਿੱਚੋਂ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਤੇ ਖੰਡਾਂ ਬ੍ਰਹਿਮੰਡਾਂ ਤੱਕ, ਜਿੱਥੋਂ ਤੀਕ ਮਰਜੀ ਕੋਈ ਭੱਜ ਦੌੜ ਕਰ ਲਵੇ, ਪੂਰੇ ਗੁਰੂ ਸਾਹਿਬ ਵਰਗੀ ਦਇਆ, ਪੂਰੇ ਗੁਰੂ ਸਾਹਿਬ ਜੀ ਵਰਗੀ ਬਖਸ਼ਿਸ਼ ਕਿਸੇ ਦੇਵੀ ਦੇਵਤੇ ਦੇ ਪਾਸੋਂ, ਕਿਸੇ ਹੋਰ ਥਾਂ ਤੋਂ ਪ੍ਰਾਪਤ ਨਹੀਂ ਹੋ ਸਕਦੀ ਹੈ। ਭਾਈ ਸਾਹਿਬ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ। ਉਹ ਕਹਿੰਦੇ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਐ। ਅੰਬ ਖਾਣ ਦੀ ਇੱਛਾ ਹੋਵੇ ਤੇ ਇਮਲੀ ਖਾ ਕਰਕੇ ਉਹ ਸਦਰ ਪੂਰੀ ਨਹੀਂ ਹੁੰਦੀ ਹੈ। ਆਪਣੇ ਪਿਤਾ ਵਾਲਾ ਪਿਆਰ ਕਿਸੇ ਗੁਆਂਢੀ ਦੇ ਕੋਲੋਂ ਨਹੀਂ ਮਿਲਦਾ, ਕਿਸੇ ਪੜੋਸੀ ਦੇ ਕੋਲੋਂ ਨਹੀਂ ਮਿਲਦਾ। ਆਂਬ ਕੀ ਸਦਰ ਕਤ ਮਿਟਤ ਆਂਵਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਐ। ਸਾਗਰ ਕੀ ਨਿਤ ਕਤ ਪਾਈਅਤ ਪੋਖਰ ਸਹਿ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ। ਕਹਿੰਦੇ ਸਮੁੰਦਰ ਦਾ ਖਜ਼ਾਨਾ ਕਿਸੇ ਛੱਪੜ ਦੇ ਵਿੱਚੋਂ ਨਹੀਂ ਮਿਲਦਾ। ਜਿਹੜਾ ਖਜ਼ਾਨਾ ਸਮੁੰਦਰ ਦੇ ਵਿੱਚੋਂ ਮਿਲਣਾ, ਉਹ ਸਮੁੰਦਰ ਚੋਂ ਹੀ ਮਿਲੇਗਾ, ਛੱਪੜਾਂ ਦੇ ਕੋਲੋਂ ਗਿਆ ਨਹੀਂ ਮਿਲੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦਾ ਵੀ ਬਚਨ ਹੈ, ਕਬੀਰ ਸਮੁੰਦ ਨਾ ਛੋਟੀਐ, ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਈ। ਸਾਗਰ ਕੀ ਨਿਧ ਕਤ ਪਾਈਅਤ ਪੋਖਰ ਸੈ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ। ਦਿਨ ਕਰ ਕਹਿੰਦੇ ਸੂਰਜ ਨੂੰ। ਭਾਈ ਸਾਹਿਬ ਕਹਿੰਦੇ ਸੂਰਜ ਦੇ ਬਰਾਬਰ ਦੀਵਾ ਨਹੀਂ ਪਹੁੰਚ ਸਕਦਾ। ਦੀਵੇ ਦੀ ਜੋਤ, ਦੀਵੇ ਦਾ ਪ੍ਰਕਾਸ਼ ਨਹੀਂ ਸੂਰਜ ਦਾ ਮੁਕਾਬਲਾ ਕਰ ਸਕਦਾ। ਇੱਕ ਦੀਵੇ ਨੇ ਤੇ ਸੂਰਜ ਦਾ ਮੁਕਾਬਲਾ ਕਰਨਾ ਹੀ ਕੀ ਆ। ਜੇ ਲੱਖਾਂ ਦੀਵੇ ਵੀ ਬਲ ਪੈਣ ਤਾਂ ਵੀ ਇਕੱਠੇ ਹੋ ਕਰਕੇ ਇੱਕ ਸੂਰਜ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਕਰਕੇ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ। ਅੱਗੇ ਕਹਿੰਦੇ ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਾਲ। ਇੰਦਰ ਬਰਖਾ ਮੀਂਹ ਦੇ ਜਲ ਦੇ ਬਰਾਬਰ। ਜਦੋਂ ਬੱਦਲਾਂ ਦੇ ਵਿੱਚੋਂ ਵਰਖਾ ਹੁੰਦੀ ਹੈ ਤੇ ਉਸ ਪਾਣੀ ਦੇ ਬਰਾਬਰ ਕਹਿੰਦੇ ਖੂਹ ਦਾ ਪਾਣੀ ਨਹੀਂ ਪਹੁੰਚ ਸਕਦਾ, ਕਿਉਂਕਿ ਖੂਹ ਦਾ ਪਾਣੀ ਨੇੜੇ ਨੇੜੇ ਰਹਿੰਦਾ, ਸਾਰੀ ਧਰਤੀ ਤੇ ਨਹੀਂ, ਸਾਰੇ ਇਲਾਕੇ 'ਚ ਨਹੀਂ ਪਹੁੰਚ ਸਕਦਾ।
ਪਰ ਮੀਂਹ ਜਿਹੜਾ ਉਹ ਚਾਰ ਚੁਫੇਰੇ ਟਿੱਬਿਆਂ ਦੇ ਉੱਤੇ ਵੀ ਪੈਂਦਾ ਹੈ, ਹਰ ਇੱਕ ਪਾਸੇ। ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈਐ। ਚੰਦਨ ਦੀ ਸ੍ਰੇਸ਼ਟ ਸੁਗੰਧੀ ਦੇ ਬਰਾਬਰ ਢੱਕ ਪਲਾਹ ਦੇ ਜਿਹੜੇ ਬੂਟੇ ਹਨ, ਉਹਨਾਂ ਦੇ ਫੁੱਲ ਉਹ ਬੂਟੇ ਨਹੀਂ ਪਹੁੰਚ ਸਕਦੇ, ਉਹ ਦਰਖਤ ਨਹੀਂ ਪਹੁੰਚ ਸਕਦੇ, ਕਿਉਂਕਿ ਫੁੱਲ ਤਾਂ ਲੱਗੇ ਹੁੰਦੇ ਆ ਪਰ ਸੁਗੰਧੀ ਨਹੀਂ ਹੁੰਦੀ। ਢੱਕ ਪਲਾਹ ਇਹ ਸ਼ਿਸ਼ਰੇ ਆਦਿਕ ਦੇ ਫੁੱਲਾਂ ਦੇ ਵਿੱਚ ਫੁੱਲ ਹੁੰਦੇ ਆ ਲਾਲ ਸੁਰਖ ਰੰਗ ਦੇ, ਪਰ ਸੁਗੰਧੀ ਵਿੱਚ ਨਹੀਂ। ਤੇ ਚੰਦਨ ਦੀ ਬਰਾਬਰਤਾ ਕਿਵੇਂ ਕਰ ਲੈਣਗੇ? ਚੰਦਨ ਦੇ ਬੂਟੇ ਦੇ ਵਿੱਚ ਸੁਗੰਧੀ ਹੈ, ਜਿਸ ਜੰਗਲ ਵਿੱਚ ਹੋਵੇ ਸਾਰੇ ਜੰਗਲ ਵਿੱਚ ਸੁਗੰਧੀ ਪਾ ਦਿੰਦਾ ਹੈ। ਚੰਦਨ ਸੁਬਾਸ ਨਾ ਪਲਾਸ ਮਹਿਕਾਈਐ। ਇੰਨੀਆਂ ਉਦਾਹਰਨਾਂ ਦੇ ਕੇ ਕਹਿੰਦੇ ਭਾਈ, ਸ੍ਰੀ ਗੁਰ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਮੰਡ ਉਦੈ ਅਸਤ ਲਉਤਾਈਐ। ਸ੍ਰੀ ਗੁਰੂ ਜੀ ਵਰਗੀ ਦਇਆਲਤਾ, ਦਇਆ, ਬਖਸ਼ਿਸ਼ ਹੋਰ ਕਿਸੇ ਦੇਵੀ ਦੇਵਤੇ ਪਾਸ ਨਹੀਂ ਹੈ। ਭਾਵੇਂ ਚੜ੍ਹਦੇ ਤੋਂ ਲਹਿੰਦੇ ਤੀਕ, ਖੰਡਾ ਬ੍ਰਹਮੰਡਾ ਤੀਕ, ਜਿੱਥੋਂ ਤੀਕ ਮਰਜੀ ਭੱਜੇ ਫਿਰਦੇ ਰਹੀਏ, ਪੂਰੇ ਗੁਰੂ ਸਾਹਿਬ ਜੀ ਦੀ ਦਇਆ ਪੂਰੇ ਗੁਰੂ ਸਾਹਿਬ ਦੇ ਪਾਸੋਂ ਹੀ ਪ੍ਰਾਪਤ ਹੋਣੀ ਹੈ। ਇੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾ ਰਹੇ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਨਾਮ ਪੂਰੇ ਗੁਰੂ ਸਾਹਿਬ ਜੀ ਦੇ ਪਾਸੋਂ ਪਾਇਆ ਜਾਂਦਾ ਹੈ, ਅਧੂਰਿਆਂ ਕੋਲੋਂ ਨਹੀਂ। ਅਧੂਰੇ ਪੂਰੇ ਗੁਰੂ ਸਾਹਿਬ ਦੀ ਰੀਸ ਕਰ ਸਕਦੇ ਕੁਝ ਸਮੇਂ ਵਾਸਤੇ, ਅਧੂਰਿਆਂ ਦੇ ਮਗਰ ਇਕੱਠ ਵੀ ਹੋ ਸਕਦਾ, ਕਿਉਂਕਿ ਸੰਸਾਰ ਦੀ ਐਸੀ ਹਾਲਤ ਹੈ। ਸ਼ਾਸਤਰਕਾਰਾਂ ਦਾ ਕਥਨ ਹੈ ਕਿ ਸੰਸਾਰ ਦੀ ਹਾਲਤ ਐਸੀ ਹੈ, ਇਹ ਵੇਖੋ ਵੇਖੀ ਵੀ ਮਗਰ ਲੱਗ ਜਾਂਦੇ, ਕੱਚੇ ਪਿੱਲਿਆਂ ਦੇ ਮਗਰ ਵੀ ਭੀੜਾਂ ਲਾ ਦਿੰਦੇ, ਅਧੂਰਿਆਂ ਦੇ ਮਗਰ ਵੀ ਭੀੜਾਂ ਲਾ ਦਿੰਦੇ। ਜਗ ਕੀ ਭੇਡਾ ਚਾਲ ਹੈ, ਚਾਲ ਤੇ ਕੇ ਪਾਸ਼ੈ ਚਾਲੈ, ਪਰਮਾਰਥ ਨਾ ਸੰਭਾਲ, ਦੇਖੋ ਜਗ ਕੀ ਮੂੜਤਾ। ਕਹਿੰਦੇ ਅਸਲੀਅਤ ਨੂੰ ਨਹੀਂ ਵੇਖਦੇ, ਸੰਸਾਰ ਦੀ ਮੂਰਖਤਾ ਹੈ। ਇਹ ਕੱਚਿਆਂ ਪਿੱਲਿਆਂ ਦੇ ਪਿੱਛੇ ਵੀ ਭੀੜਾਂ ਲਾ ਦਿੰਦੇ ਆ ਸੰਸਾਰ ਦੇ ਲੋਕ, ਪਰ ਉਹ ਕੱਚੇ ਪਿੱਲੇ ਜਿਹੜੇ ਆਪਣੇ ਆਪ ਨੂੰ ਪੂਰੇ ਗੁਰੂ ਦੀ ਰੀਸ ਕਰਕੇ ਤੇ ਨਮਸਕਾਰਾਂ ਕਰਵਾਉਂਦੇ, ਮੱਥੇ ਟਿਕਾਉਂਦੇ ਆ, ਨਾਮ ਦੇਣ ਦਾ ਢੌਂਗ ਰਚਦੇ ਆ, ਉਹ ਆਪ ਵੀ ਜੁੰਨੀਆਂ ਦੇ ਵਿੱਚ ਭਟਕਦੇ ਫਿਰਦੇ ਆ ਤੇ ਉਹਨਾਂ ਦੇ ਚੇਲੇ ਚੇਲੀਆਂ ਵੀ ਮਗਰ ਭਟਕਦੇ ਫਿਰਦੇ ਆ। ਜਿਵੇਂ ਆ ਮਾਲਵੇ ਦੇ ਇਲਾਕੇ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਵਿਚਰ ਰਹੇ ਸਨ, ਜਿੱਥੇ ਕਲਿਆਣਸਰ ਸਾਹਿਬ ਅਸਥਾਨ ਸੋਭਨੀਕ ਹੈ। ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਯਾਦ ਦੇ ਵਿੱਚ ਉਸ ਸਥਾਨ ਨੂੰ ਪ੍ਰਗਟ ਕੀਤਾ ਸੀ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ। ਉਸ ਇਲਾਕੇ ਦੇ ਵਿੱਚ ਕਥਾ ਪ੍ਰਚਾਰ ਪ੍ਰਸਾਰ ਕਰਦਿਆਂ ਹੋਇਆਂ ਉੱਥੇ ਸੱਪ ਦੀ ਕਲਿਆਣ ਕੀਤੀ ਸੀ। ਲਧਾਈ ਕੇ ਨਗਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਦੇ ਨਾਲ ਭਾਈ ਜੇਠਾ ਜੀ, ਬਾਬਾ ਬਿਧੀ ਚੰਦ ਸਾਹਿਬ ਜੀ ਆਦਿਕ ਸਿੱਖ ਸੇਵਕ ਸਨ, ਵਿਚਰ ਰਹੇ ਆ। ਝਿੜੀ ਜੀ ਹੈ ਦਰਖਤਾਂ ਦੀ, ਉਧਰੋਂ ਇੱਕ ਸੱਪ ਤੁਰਿਆ ਆਉਂਦਾ ਹੈ, ਬੜਾ ਵੱਡਾ ਸੱਪ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਪਾਸੇ ਕਰ ਦਈਏ, ਜੇ ਆਗਿਆ ਹੋਵੇ ਮਾਰ ਦਈਏ ਜਾਂ ਪਾਸੇ ਕਰ ਦਈਏ। ਸਤਿਗੁਰੂ ਕਹਿਣ ਲੱਗੇ ਨਾ ਪਾਸੇ ਕਰਨਾ ਤੇ ਨਾ ਮਾਰਨਾ, ਇਸ ਸਾਡੀ ਸ਼ਰਨ ਵਿੱਚ ਆਉਂਦਾ ਹੈ ਤੇ ਆ ਲੈਣ ਦਿਓ। ਜਿਸ ਵੇਲੇ ਨੇੜੇ ਆਇਆ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ ਦੀ ਠੋਕਰ ਮਾਰੀ, ਚਰਨਾਂ 'ਚ ਪਾਇਆ ਹੋਇਆ ਜੋੜਾ ਜੁੱਤੀ, ਤੇ ਜਦੋਂ ਠੋਕਰ ਮਾਰੀ, ਠੁੱਡਾ ਮਾਰਿਆ ਤੇ ਸੱਪ ਦਾ ਉੱਪਰਲਾ ਹਿੱਸਾ ਜਿਹੜਾ ਸੀ, ਚਮੜੀ ਸੀ, ਉਹ ਸਾਰੀ ਉਧੜ ਗਈ ਤੇ ਵਿੱਚ ਕਿਰਮ ਚੱਲੇ ਹੋਏ ਆ, ਕੀੜੇ ਕੁਰਬਲ ਕੁਰਬਲ ਕਰਦੇ। ਸਿੱਖਾਂ ਬੇਨਤੀ ਕੀਤੀ ਮਹਾਰਾਜ ਕੀ ਕੌਤਕ ਹੈ? ਕਹਿਣ ਲੱਗੇ ਆਪੇ ਦੱਸੇਗਾ। ਉਹ ਸੱਪ ਦੀ ਰੂਹ ਸਾਹਮਣੇ ਹਾਜ਼ਰ ਹੋਈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਦੀ ਕਲਿਆਣ ਕੀਤੀ। ਉਹਨੇ ਬੇਨਤੀ ਕੀਤੀ ਮਹਾਰਾਜ ਬਹੁਤ ਕਿਰਪਾ ਕੀਤੀ, ਆਪਣੇ ਚਰਨਾਂ ਦੀ ਛੋਹ ਦੇ ਕੇ ਮਹਾਰਾਜ ਮੇਰੀ ਕਲਿਆਣ ਕੀਤੀ ਆਪ ਜੀ ਨੇ। ਸਤਿਗੁਰੂ ਕਹਿੰਦੇ ਸਾਡੇ ਸਿੱਖਾਂ ਨੂੰ ਆਪਣੀ ਸਾਰੀ ਵਿਥਿਆ ਤੇ ਦੱਸ ਕੇ ਜਾ।
ਕਹਿੰਦਾ ਜੀ ਮੈਂ ਬਹੁਤ ਵੱਡਾ ਵਿਦਵਾਨ ਸੀ, ਕਥਾ ਕਰਦਾ ਹੁੰਨਾ ਸਾਂ, ਲੋਕ ਮੇਰੀ ਕਥਾ ਸੁਣਨ ਆਉਂਦੇ ਹੁੰਦੇ ਸੀ, ਮੇਰੇ ਤੇ ਸ਼ਰਧਾ ਰੱਖਣ ਲੱਗ ਪਏ। ਮੈਂ ਵੀ ਵੇਖਿਆ ਵੀ ਲੋਕ ਹੁਣ ਮੰਨਣ ਲੱਗ ਪਏ, ਸ਼ਰਧਾ ਰੱਖਦੇ, ਇਸ ਕਰਕੇ ਆਪਾਂ ਕਥਾਕਾਰ ਹੀ ਜ਼ਰੂਰ ਰਹਿਣਾ, ਵੀ ਕਥਾਵਾਚਕ ਬਣ ਕੇ ਕਥਾ ਹੀ ਸਦਾ ਕਰਦੇ ਰਹੀਏ। ਹੁਣ ਗੁਰੂ ਬਣ ਜਾਂਦੇ ਇਹਨਾਂ ਦੇ। ਉਹਨਾਂ ਨੂੰ ਆਖਿਆ ਵੀ ਮੈਨੂੰ ਗੁਰੂ ਮੰਨੋ ਆਪਣਾ, ਤੁਹਾਡੀ ਕਲਿਆਣ ਹੀ ਮੈਂ ਕਰਾਂਗਾ, ਮੇਰੇ ਤੇ ਹੀ ਭਰੋਸਾ ਰੱਖੋ, ਮੇਰਾ ਹੀ ਧਿਆਨ ਧਰੋ, ਮੇਰੇ ਕੋਲ ਹੀ ਆਇਆ ਕਰੋ ਤੇ ਮੈਂ ਹੀ ਤੁਹਾਡੀ ਕਲਿਆਣ ਕਰਾਂਗਾ। ਉਹ ਕਥਾ ਕਰਦਿਆਂ ਕਰਦਿਆਂ ਤੇ ਲੋਕਾਂ ਦੇ ਉੱਤੇ ਆਪਣਾ ਐਸਾ ਪ੍ਰਭਾਵ ਕਿ ਗੁਰੂ ਬਣ ਕੇ ਬੈਠ ਗਿਆ। ਲੋਕਾਂ ਨੇ ਵੀ ਉੱਥੋਂ ਤੀਕ ਨਾ ਸੀਮਤ ਰੱਖਿਆ ਵੀ ਇਹਦੇ ਤੋਂ ਕਥਾ ਸੁਣ ਕੇ ਅੱਗੇ ਪਰਮੇਸ਼ਰ ਦੇ ਮਾਰਗ ਤੇ ਚੱਲਣਾ। ਲੋਕ ਉਹਦੇ ਤੀਕ ਹੀ ਸੀਮਤ ਰਹਿ ਗਏ, ਉਸ ਨੂੰ ਗੁਰੂ ਹੀ ਮੰਨਣ ਲੱਗ ਪਏ। ਉਹਦੇ ਮਨ ਵਿੱਚ ਖਿਆਲ ਸੀ, ਲਾਲਚ ਸੀ ਮਾਇਆ ਦਾ, ਇਸ ਕਰਕੇ ਸਾਰਿਆਂ ਨੂੰ ਕਹਿੰਦਾ ਸੀ ਵੀ ਤੁਹਾਡੀ ਕਲਿਆਣ ਮੈਂ ਹੀ ਕਰਾਂਗਾ। ਅੰਦਰੋਂ ਤਾਂ ਭਾਵਨਾ ਇਹ ਸੀ ਜਿੰਨੀ ਦੁਨੀਆ ਵੱਧ ਆਵੇਗੀ ਉਨੀ ਮਾਇਆ ਵੱਧ ਹੋਵੇਗੀ। ਤਾਂ ਮਹਾਰਾਜ ਮੇਰਾ ਇਹ ਮਾਇਆ ਦੇ ਵਿੱਚ ਹੀ ਲਾਲਚ ਸੀ, ਮੈਂ ਕਲਿਆਣ ਤਾਂ ਆਪਣੀ ਵੀ ਕਰਨ ਨੂੰ ਸਮਰੱਥ ਨਹੀਂ ਸੀ, ਆਪਣੇ ਸੇਵਕਾਂ ਦੀ ਕਲਿਆਣ ਕਿੱਥੋਂ ਕਰਨੀ ਸੀ। ਮੈਂ ਮਰਿਆ ਤੇ ਮਰਨ ਤੋਂ ਬਾਅਦ ਮੇਰਾ ਧਿਆਨ ਰੁਪਈਆਂ ਵਿੱਚ ਹੋਣ ਕਰਕੇ, ਮਾਇਆ ਵਿੱਚ ਹੋਣ ਕਰਕੇ ਮੈਨੂੰ ਸੱਪ ਦੀ ਜੂਨ ਮਿਲੀ। ਤੇ ਜਿਨ੍ਹਾਂ ਨੇ ਮੇਰਾ ਧਿਆਨ ਧਰਿਆ ਸੀ, ਜਿਹੜੇ ਮੇਰੇ ਸਿੱਖ ਸੇਵਕ ਬਣੇ ਸੀ, ਹੁਣ ਜਦੋਂ ਮੈਂ ਹੀ ਸੱਪ ਬਣ ਗਿਆ ਤੇ ਮੇਰੇ ਸੇਵਕਾਂ ਨੇ ਮਹਾਰਾਜ ਮੇਰਾ ਧਿਆਨ ਧਰਿਆ, ਇਹ ਕੀੜੇ ਬਣ ਕੇ ਮੇਰੇ ਵਿੱਚ ਪੈਦਾ ਹੋ ਗਏ। ਮੈਂ ਇਹਨਾਂ ਦੇ ਰੁਪਈਏ ਖਾਧੇ ਸੀ, ਮਾਇਆ ਖਾਧੀ ਸੀ, ਤੇ ਹੁਣ ਇਹ ਕੀੜੇ ਬਣ ਕੇ, ਕਿਰਮ ਬਣ ਕੇ ਮੇਰਾ ਮਾਸ ਖਾ ਰਹੇ ਸੀ। ਮਾਸ ਮੇਰੀ ਮਹਾਰਾਜ ਤੁਸੀਂ ਕਲਿਆਣ ਕਰ ਦਿੱਤੀ ਆਪਣੇ ਚਰਨਾਂ ਦੀ ਛੋਹ ਦੇ ਕੇ। ਹੁਣ ਮੇਰੇ ਜਿਹੜੇ ਚੇਲੇ ਚੇਲੀਆਂ ਵਾ, ਇਹ ਸੇਵਕ ਵਾ, ਮੇਰੇ ਸਿੱਖ ਸਿੱਖਣੀਆਂ, ਜਿਹੜੇ ਕੀੜੇ ਬਣ ਕੇ ਮੇਰਾ ਮਾਸ ਖਾ ਰਹੇ, ਇਹਨਾਂ ਦੀ ਵੀ ਕਲਿਆਣ ਕਰੋ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਕੀੜਿਆਂ ਦੀ ਵੀ ਕਲਿਆਣ ਕੀਤੀ। ਉੱਥੇ ਗੁਰਦੁਆਰਾ ਕਲਿਆਣ ਸਰ ਸਾਹਿਬ ਸੋਭਨੀਕ ਹੈ। ਤੋ ਸਤਿਗੁਰੂ ਜੀ ਨੇ ਫਿਰ ਸਿੱਖਾਂ ਨੂੰ ਦੱਸਿਆ ਵੀ ਗੁਰਸਿੱਖੋ ਵੇਖੋ, ਅਧੂਰੇ ਜਿਹੜੇ ਉਹਨਾਂ ਦੀ ਆਹ ਹਾਲਤ ਹੁੰਦੀ ਆ, ਉਹ ਆਪ ਵੀ ਮੁਕਤ ਨਹੀਂ ਹੁੰਦੇ, ਆਪ ਵੀ ਜੂਨੀਆਂ ਵਿੱਚ ਪੈਂਦੇ ਆ, ਤੇ ਉਹਨਾਂ ਦੇ ਮਗਰ ਲੱਗਣ ਵਾਲੇ ਉਹਨਾਂ ਦੇ ਜਿਹੜੇ ਸਿੱਖ ਬਣ ਜਾਂਦੇ ਆ, ਉਹ ਸਿੱਖ ਉਹ ਵੀ ਇਸ ਤਰ੍ਹਾਂ ਕੀੜੇ ਬਣਦੇ ਆ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਐਸੀ ਹਾਲਤ ਹੁੰਦੀ ਹੈ, ਸਰਪ ਜੋਨ ਵਲ ਵਲ ਅਵਤਰੈ। ਸੱਪ ਦੀ ਜੂਨ ਦੇ ਵਿੱਚ ਉਹਨਾਂ ਨੂੰ ਵਾਰ-ਵਾਰ ਪੈਣਾ ਪੈਂਦਾ, ਜੋ ਮਾਇਆ ਦੇ ਵਿੱਚ ਹੀ ਧਿਆਨ ਜੁੜਿਆ। ਤੋ ਇਸ ਕਰਕੇ ਪੂਰੇ ਗੁਰੂ ਦੀ ਰੀਸ ਤਾਂ ਬਥੇਰੇ ਕਰਦੇ ਆ, ਸੇਵਕ ਵੀ ਬਣਾ ਲੈਂਦੇ ਹਨ, ਮੱਥੇ ਵੀ ਟਿਕਾ ਲੈਂਦੇ, ਪਰ ਮੁਕਤੀ ਕੌਣ ਦੇਵੇਗਾ, ਕਲਿਆਣ ਕੌਣ ਦੇਵੇਗਾ? ਕਲਿਆਣ ਤੇ ਪੂਰੇ ਸਤਿਗੁਰੂ ਨੇ ਹੀ ਦੇਣੀ ਹੈ। ਤੋ ਗਰੀਬ ਨਵਾਜ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਪੂਰੇ ਗੁਰ ਤੇ ਨਾਮ ਪਾਇਆ ਜਾਏ। ਵੇਖੋ ਪੂਰੇ ਗੁਰੂ ਹਰਗੋਬਿੰਦ ਸਾਹਿਬ ਜੀ, ਪੂਰੇ ਗੁਰੂ ਦੇ ਚਰਨਾਂ ਦੀ ਠੋਕਰ ਹੀ ਲੱਗੀ ਆ, ਤੇ ਉਹ ਨਕਲੀ ਗੁਰੂ ਜਿਹੜਾ ਸੱਪ ਦੀ ਜੂਨ ਚ ਪਿਆ ਹੋਇਆ ਸੀ, ਉਹਦੀ ਕਲਿਆਣ ਕਰ ਦਿੱਤੀ ਮਹਾਰਾਜ ਸਾਹਿਬ ਜੀ। ਇਹ ਪੂਰੇ ਗੁਰੂ ਦੀ ਐਸੀ ਸਮਰੱਥਾ ਹੈ। ਇਸ ਕਰਕੇ ਗੁਰ ਜੈਸਾ ਨਾ ਹੀ ਕੋ ਦੇਵ, ਕੋਈ ਦੇਵਤਾ ਵੀ ਨਹੀਂ ਹੈ ਗੁਰੂ ਸਾਹਿਬ ਵਰਗਾ। ਜਿਸ ਮਸਤਕ ਭਾਗ ਸੋ ਲਾਗਾ ਸੇਵ, ਜਿਸ ਦੇ ਮੱਥੇ ਦੇ ਭਾਗ ਸ੍ਰੇਸ਼ਟ ਆ, ਉਹ ਪੂਰੇ ਗੁਰੂ ਦੀ ਸੇਵਾ ਵਿੱਚ ਲੱਗਦਾ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਹੇ ਸਿੱਧੋ, ਨਾਮ ਪੂਰੇ ਗੁਰੂ ਸਾਹਿਬ ਜੀ ਦੇ ਪਾਸੋਂ ਪਾਇਆ ਜਾਂਦਾ ਹੈ। ਨਾਮ ਦੀ ਪ੍ਰਾਪਤੀ ਪੂਰੇ ਗੁਰੂ ਸਾਹਿਬ ਦੇ ਪਾਸੋਂ ਹੁੰਦੀ ਹੈ। ਜਿਹੜਾ ਪੂਰੇ ਗੁਰੂ ਦੇ ਲੜ ਲੱਗਦਾ ਹੈ, ਉਸ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋਗ ਜੁੜਨ ਦੀ ਜੁਗਤ ਪ੍ਰਾਪਤ ਹੋ ਜਾਂਦੀ ਹੈ। ਜੋਗ ਜੁਗਤ, ਉਹਨੂੰ ਜੋਗ ਦੀ ਜੁਗਤੀ ਪ੍ਰਾਪਤ ਹੋ ਜਾਂਦੀ, ਜੁੜਨ ਦੀ ਜੁਗਤੀ ਮਿਲ ਜਾਂਦੀ ਹੈ, ਜੁੜਨ ਦਾ ਢੰਗ ਤਰੀਕਾ ਮਿਲ ਜਾਂਦਾ। ਕਿਉਂਕਿ ਸਿੱਧ ਕਹਿੰਦੇ ਸੀ ਵੀ ਜੁੜ ਤਾਂ ਹੀ ਸਕਦਾ ਹੈ ਕੋਈ ਜੇ ਪਹਿਲਾਂ ਉਹ ਘਰ ਛੱਡੇ, ਪਰਿਵਾਰ ਛੱਡੇ, ਜੰਗਲ ਵਿੱਚ ਆਵੇ, ਪਹਾੜਾਂ ਤੇ ਰਵੇ, ਇਕਾਂਤ ਵਿੱਚ ਰਵੇ, ਤਾਂ ਉਹ ਜੋਗ ਦੀ ਜੁਗਤੀ ਨੂੰ ਪ੍ਰਾਪਤ ਕਰ ਸਕਦਾ, ਉਹ ਜੁੜ ਸਕਦਾ।
ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨਹੀਂ ਭਾਈ, ਜਿਸ ਨੂੰ ਪੂਰਾ ਗੁਰੂ ਮਿਲ ਜਾਵੇ ਉਹ ਘਰੇ ਰਹਿ ਕੇ ਵੀ ਜੁੜ ਸਕਦਾ। ਜੁਗਤੀ ਆਉਣੀ ਚਾਹੀਦੀ ਹੈ, ਤੇ ਜੁਗਤੀ ਪੂਰੇ ਗੁਰੂ ਸਾਹਿਬ ਜੀ ਦਿੰਦੇ। ਜੋਗ ਦੀ ਜੁਗਤੀ, ਜੋਗ ਨਾਮ ਜੁੜਨ ਦਾ। ਸਤਿਗੁਰੂ ਜੀ ਸਹਿਜ ਜੋਗ ਦਿੰਦੇ ਆ, ਭਗਤੀ ਜੋਗ ਦਿੰਦੇ ਆ, ਗਿਆਨ ਜੋਗ ਦਿੰਦੇ। ਸਿੱਧਾਂ ਦੇ ਕੋਲੇ ਹੱਠ ਜੋਗ ਸੀ, ਹੱਠ ਦੇ ਨਾਲ ਜੁੜਨ ਦਾ ਢੰਗ ਤਰੀਕਾ, ਯੋਗਾ ਅਭਿਆਸ ਕਰਨਾ, ਸਵਾਸਾਂ ਦੀ ਕਿਰਿਆ ਕਰਨੀ। ਮਹਾਰਾਜ ਸਹਿਜੇ ਜੁੜਨ ਦਾ ਤਰੀਕਾ ਦੱਸ ਦਿੰਦੇ। ਨਾਮ ਜਪਦਿਆਂ ਹੋਇਆਂ, ਵਾਹਿਗੁਰੂ ਦਾ ਧਿਆਨ ਧਰਦਿਆਂ ਹੋਇਆਂ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਦਿਆਂ ਹੋਇਆਂ, ਨਾਮ ਜਪਦਿਆਂ ਹੋਇਆਂ ਪਰਮੇਸ਼ਰ ਨਾਲ ਜੁੜਨਾ। ਜਿਸ ਨੂੰ ਪੂਰੇ ਸਤਿਗੁਰੂ ਮਿਲ ਜਾਣ ਉਸ ਨੂੰ ਜੁੜਨ ਦਾ ਤਰੀਕਾ ਮਿਲ ਜਾਂਦਾ ਹੈ। ਉਹਨੂੰ ਘਰ ਛੱਡਣ ਦੀ ਵੀ ਲੋੜ ਨਹੀਂ ਪੈਂਦੀ, ਪਰਿਵਾਰ ਛੱਡਣ ਦੀ ਵੀ ਲੋੜ ਨਹੀਂ ਪੈਂਦੀ, ਗ੍ਰਸਤ ਤਿਆਗਣ ਦੀ ਵੀ ਲੋੜ ਨਹੀਂ ਪੈਂਦੀ। ਉਹ ਵਿੱਚੇ ਗ੍ਰਸਤ ਦੇ ਰਹਿੰਦਿਆਂ ਹੋਇਆਂ, ਵਿੱਚੇ ਗ੍ਰਹਿ ਰਹੇ ਉਦਾਸੀ, ਜਿਉ ਕਮਲ ਰਹੇ ਵਿੱਚ ਪਾਣੀ ਹੈ। ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਇਸ ਤਰੀਕੇ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਦਾ ਹੈ। ਜਿਵੇਂ ਕਮਲ ਫੁੱਲ ਪਾਣੀ 'ਚ ਰਹਿੰਦੇ ਆ, ਪਾਣੀ ਤੋਂ ਉੱਪਰ ਹੈ। ਜਿਵੇਂ ਮੁਰਗਾਈ ਉਹ ਨਦੀ ਦੇ ਵਿੱਚ ਤਰਦੀ ਹੋਈ ਸਿੱਧੀ ਉਡਾਰੀ ਮਾਰ ਜਾਂਦੀ ਵਿੱਚ, ਉਹਦੇ ਖੰਭ ਨਹੀਂ ਭਿੱਜਦੇ ਹਨ। ਜਿਸ ਨੂੰ ਗੁਰੂ ਸਾਹਿਬ ਜੀ, ਪੂਰੇ ਗੁਰੂ ਸਾਹਿਬ ਮਿਲ ਪੈਂਦੇ ਆ, ਉਹ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਉਹਦਾ ਹਿਰਦਾ ਡੁੱਬਦਾ ਨਹੀਂ ਹੈ, ਭਿੱਜਦਾ ਨਹੀਂ ਹੈ, ਨਿਰਲੇਪ ਰਹਿੰਦਾ। ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਸੁਰਤ ਜੋੜ ਕੇ ਰੱਖਦਾ ਹੈ। ਜਿਸ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਸ ਤਰ੍ਹਾਂ ਵੀ ਕਥਨ ਕੀਤਾ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਸਤਿਗੁਰੂ ਜੀ ਦਾ ਉਪਦੇਸ਼ ਪ੍ਰਾਪਤ ਹੋ ਜਾਵੇ ਤਾਂ ਘਰੇ ਬੈਠਿਆਂ ਵੀ ਜੋਗ ਜੁਗਤ ਜੁੜਨ ਦੀ ਜੁਗਤੀ ਪ੍ਰਾਪਤ ਹੋ ਜਾਂਦੀ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾ ਬੰਦਿਆਂ, ਵਿੱਚੇ ਹੋਵੇ ਮੁਕਤ। ਮਹਾਰਾਜ ਕਹਿੰਦੇ ਹੱਸਣਾ ਖੇਡਣਾ ਖਾਣਾ ਪੀਣਾ ਪਹਿਨਣਾ ਛੱਡਣਾ ਨਹੀਂ ਪੈਂਦਾ। ਇਹ ਸਭ ਕੁਝ ਕਰਦਿਆਂ ਗੁਰੂ ਕੇ ਸ਼ਬਦ ਨਾਲ ਜੁੜ ਕਰਕੇ ਵਿੱਚੇ ਹੀ ਪਰਿਵਾਰ ਦੇ ਸੰਸਾਰ ਦੇ ਰਹਿੰਦਿਆਂ ਹੋਇਆਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਘਰ ਬੈਠੇ ਗੁਰੂ ਧਿਆਏ ਹੋ। ਜਿਸ ਵੇਲੇ ਘਰੇ ਰਹਿ ਕਰਕੇ ਗੁਰੂ ਕੇ ਉਪਦੇਸ਼ ਦੁਆਰਾ ਵਾਹਿਗੁਰੂ ਜੀ ਦਾ ਧਿਆਨ ਧਰੀਦਾ, ਜੋਗ ਜੁਗਤ, ਜੋਗ ਦੀ ਜੁੜਨ ਦੀ ਜੁਗਤੀ ਪ੍ਰਾਪਤ ਹੋ ਜਾਂਦੀ ਹੈ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਵੇ, ਸੱਚ ਰਹਿ ਸਮਾਏ, ਫਿਰ ਉਹ ਸੱਚੇ ਨਾਮ ਦੇ ਨਾਲ ਲੀਨ ਹੋਏ ਰਹਿੰਦੇ ਆ, ਸੱਚੇ ਪ੍ਰਭੂ ਦੇ ਨਾਲ ਸਮਾਏ ਰਹਿੰਦੇ ਹਨ। ਮਹਾਰਾਜ ਕਹਿੰਦੇ ਜੋਗੀਓ, ਸਿੱਧੋ ਨਾਥੋ, ਤੁਸੀਂ ਤੇ 12 ਪੰਥਾਂ ਦੇ ਵਿੱਚ ਭੁੱਲੇ ਹੋਏ ਹੋ, ਭਰਮੇ ਹੋਏ ਹੋ। ਜਿਹੜੇ ਜੋਗੀ ਆ ਉਹਨਾਂ ਦੇ 12 ਪੰਥ ਹਨ। ਸਾਧ ਸੰਗਤ ਆਈ ਪੰਥ ਆਦਿਕ, ਤਾਂ 12 ਪੰਥਾਂ ਦੇ ਵਿੱਚ ਇਹ ਜੋਗੀ ਭਰਮੇ ਹੋਏ ਹਨ, ਭੁਲੇਖੇ ਵਿੱਚ ਪਏ ਹਨ, ਪਰਮੇਸ਼ਰ ਵੱਲੋਂ ਭੁੱਲੇ ਹੋਏ ਹਨ। ਤੇ ਇਸੇ ਤਰ੍ਹਾਂ ਹਰ ਇੱਕ ਪੰਥ ਵਾਲਾ ਆਪੋ ਆਪਣੇ ਪੰਥ ਨੂੰ ਵੱਡਾ ਕਹਿੰਦਾ ਹੈ ਵੀ ਦੂਸਰੇ ਛੋਟੇ ਆ, ਸਾਡਾ ਪੰਥ ਵੱਡਾ, ਸਾਡਾ ਫਿਰਕਾ ਵੱਡਾ ਹੈ। ਇਹ 12 ਫਿਰਕੇ ਹਨ। ਤੇ ਇਹ 12 ਫਿਰਕਿਆਂ ਦੇ ਵਿੱਚ ਜੋਗੀ ਜਿਹੜੇ ਇਹ ਭਰਮੇ ਹੋਏ ਭੁੱਲੇ ਹੋਏ ਹਨ। ਛੇ ਤੇ 4 10 ਸੰਨਿਆਸੀਆਂ ਦੇ 10 ਫਿਰਕੇ ਹਨ। ਉਹ 10 ਫਿਰਕਿਆਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਭਰਮੇ ਹੋਏ ਭਟਕੇ ਹੋਏ ਹਨ। ਆਪਣੇ ਫਿਰਕੇ ਨੂੰ ਸਾਰੇ ਵੱਡਾ ਦੱਸਣ ਵਿੱਚ ਲੱਗੇ ਹੋਏ ਆ ਵੀ ਦੂਸਰਾ ਛੋਟਾ ਹੈ, ਮੇਰਾ ਫਿਰਕਾ ਵੱਡਾ ਹੈ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਸੰਨਿਆਸੀ ਕਹਾਉਣ ਵਾਲੇ ਉਹ 10 ਆਪਣੇ ਫਿਰਕਿਆਂ ਦੇ ਵਿੱਚ ਹੀ ਭਰਮੇ ਭੁੱਲੇ ਹੋਏ ਹਨ ਪਰਮੇਸ਼ਰ ਵੱਲੋਂ। ਇਹ ਸਿੱਧੋ ਨਾਥੋ, ਜਿਹੜਾ ਗੁਰੂ ਕੇ ਸ਼ਬਦ ਨਾਲ ਜੁੜਦਾ ਹੈ ਨਾ, ਗੁਰੂ ਕੇ ਉਪਦੇਸ਼ ਦੇ ਨਾਲ ਜੁੜਦਾ ਹੈ, ਜੋ ਜੀਵਤ ਭਾਵ ਤੋਂ ਮਰਦਾ ਹੈ, ਹੰਕਾਰ ਵੱਲੋਂ ਮਰ ਕਰਕੇ ਨਿਮਰਤਾ ਵਾਲੇ ਪਾਸੇ ਜਿਉਂਦਾ ਹੈ,
ਜੋ ਗੁਰੂ ਕੇ ਸ਼ਬਦ ਨਾਲ ਜੁੜ ਕਰਕੇ ਜੀਵਤ ਭਾਵ ਤੋਂ ਮਰ ਕਰਕੇ ਨਿਮਰਤਾ ਦੇ ਵਿੱਚ ਜੀਵਨ ਪ੍ਰਾਪਤ ਕਰਦਾ ਹੈ। ਉਹ ਪਾ ਲੈਂਦਾ ਹੈ ਮੁਕਤੀ ਦਾ ਦਰਵਾਜ਼ਾ। ਮੁਕਤੀ ਦਾ ਦਰਵਾਜ਼ਾ ਗਿਆਨ, ਗੁਰੂ ਕੇ ਸ਼ਬਦ ਦੁਆਰਾ ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ। ਦੁਆਰ ਜਿਹੜਾ ਇਹ ਸੰਸਾਰ ਹੈ, ਸੰਸਾਰ ਵਿੱਚ ਰਹਿੰਦੇ ਹੀ ਮੋਖ ਮੁਕਤੀ ਪਾ ਲੈਂਦਾ। ਦੁਆਰਿਆਂ ਵਾਲਾ ਜਿਹੜਾ ਇਹ ਸਰੀਰ ਹੈ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਇਹ ਦੁਆਰਿਆਂ ਵਾਲੇ, 9 ਛਿਦਰਾਂ ਵਾਲੇ, 9 ਦੁਆਰਿਆਂ ਵਾਲੇ ਸਰੀਰ ਵਿੱਚ ਰਹਿੰਦਿਆਂ ਹੋਇਆਂ ਹੀ ਉਹ ਜੀਵ ਮੁਕਤੀ ਪਾ ਲੈਂਦਾ, ਜਿਹੜਾ ਗੁਰੂ ਕੇ ਸ਼ਬਦ ਨਾਲ ਜੁੜ ਕੇ ਹੰਕਾਰ ਵੱਲੋਂ ਮਰ ਕੇ ਨਿਮਰਤਾ ਵਿੱਚ ਜਿਉਂਦਾ, ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਗਿਆਨ ਮਿਲ ਜਾਂਦਾ ਹੈ। ਇਹ ਸਿੱਧੋ ਬਿਨਾਂ ਗੁਰੂ ਕੇ ਸ਼ਬਦ ਤੋਂ, ਬਿਨਾਂ ਗੁਰੂ ਕੇ ਉਪਦੇਸ਼ ਤੋਂ ਸਭ ਸੰਸਾਰ ਦੇ ਜੀਵ ਦ્વੈਤ ਭਾਵ ਵਿੱਚ ਲੱਗੇ ਹੋਏ ਹਨ, ਦੂਜੇ ਪਾਸੇ ਲੱਗੇ ਹੋਏ ਹਨ। ਇੱਕ ਪਰਮੇਸ਼ਰ ਨੂੰ ਛੱਡ ਕੇ ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਵਣਜਾਰਿਆ। ਐਸੇ ਵਣਜਾਰੇ, ਐਸੇ ਸੰਸਾਰ ਦੇ ਜੀਵ ਰੂਪੀ ਵਪਾਰੀ ਸੰਸਾਰ ਵਿੱਚ ਡੁੱਬ ਰਹੇ ਹਨ, ਜਿਹੜੇ ਆਪਣੇ ਮਾਲਕ ਪਰਮੇਸ਼ਰ ਨੂੰ ਛੱਡ ਕੇ ਦੂਜੇ ਪਾਸੇ ਲੱਗੇ ਹੋਏ। ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਵਣਜਾਰਿਆ। ਸਤਿਗੁਰੂ ਹੈ ਬੋਹਿ ਥਾ ਵਿਰਲੇ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਕਿਸੇ ਵਿਰਲੇ ਨੇ ਵਿਚਾਰ ਕੀਤੀ ਹੈ ਕਿ ਸੰਸਾਰ ਸਾਗਰ ਤੋਂ ਤਾਰਨ ਵਾਸਤੇ ਜਹਾਜ਼ ਸਤਿਗੁਰੂ ਹੈ। ਬਿਨ ਸ਼ਬਦੈ ਸਭ ਦੂਜੈ ਲਾਗੇ। ਗੁਰੂ ਕੇ ਸ਼ਬਦ ਉਪਦੇਸ਼ ਤੋਂ ਬਿਨਾ ਸਭ ਜੀਵ ਦ્વੈਤ ਭਾਵ ਵਿੱਚ, ਈਰਖਾ ਦੇ ਵਿੱਚ, ਨਫ਼ਰਤ ਦੇ ਵਿੱਚ, ਘਿਰਨਾ ਵਿੱਚ, ਲੜਾਈ ਝਗੜੇ ਵਿੱਚ ਲੱਗੇ ਹੋਏ ਹਨ। ਇਹ ਸਿੱਧੋ ਨਾਥੋ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਵੇਖ ਲਓ, ਵਿਚਾਰ ਕਰਕੇ ਵੇਖ ਲਓ ਕਿ ਗੁਰੂ ਸ਼ਬਦ ਤੋਂ ਬਿਨਾ ਸੰਸਾਰ ਦੇ ਜੀਵ ਦੂਸਰੇ ਪਾਸੇ ਖਚਤ ਹੋ ਰਹੇ ਹਨ। ਮਹਾਰਾਜ ਕਹਿੰਦੇ ਵੀ ਵੱਡੇ ਉਹ ਜੀਵ ਆ, ਵੱਡਿਆਂ ਭਾਗਾਂ ਵਾਲੇ ਉਹ ਹਨ। ਸੰਸਾਰ ਦੇ ਵਿੱਚ ਉਹ ਵੱਡੇ ਤੇ ਵੱਡਿਆਂ ਭਾਗਾਂ ਵਾਲੇ ਹਨ। ਜਿਨ੍ਹਾਂ ਜੀਵਾਂ ਨੇ ਸੱਚੇ ਨਾਮ ਨੂੰ ਆਪਣੇ ਔਰ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਿਆ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਸੱਚ ਨੂੰ ਧਾਰਨ ਕੀਤਾ ਹੈ ਨਾ, ਉਹ ਵੱਡੇ ਆ, ਉਹ ਵੱਡਿਆਂ ਭਾਗਾਂ ਵਾਲੇ। ਜਿਨ ਧੁਰ ਮਸਤਕ ਲਿਖਿਆ ਤਿਨਾਂ ਸਤਿਗੁਰ ਮਿਲਿਆ RAM ਰਾਜੇ। ਜਿਨ੍ਹਾਂ ਦੇ ਵੱਡੇ ਭਾਗ ਆ, ਮੱਥੇ ਦੇ ਚੰਗੇ ਭਾਗ, ਉਹਨਾਂ ਨੂੰ ਪੂਰੇ ਸਤਿਗੁਰਾਂ ਦਾ ਮਿਲਾਪ ਹੁੰਦਾ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਮਿਲਦੇ, ਉਹਨਾਂ ਨੂੰ ਫਿਰ ਪੂਰਾ ਨਾਮ ਮਿਲਦਾ, ਵਾਹਿਗੁਰੂ ਜੀ ਦਾ ਸੱਚਾ ਨਾਮ ਮਿਲਦਾ, ਤੇ ਉਹੀ ਵੱਡੇ ਹਨ। ਉਹ ਸਭ ਤੇ ਉੱਚਾ, ਸਭ ਤੇ ਸੂਚਾ, ਜਿਸ ਕੈ ਹਿਰਦੈ ਵਸਿਆ ਹਰ ਪੁਰਖ ਭਗਵਾਨ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਉਹ ਸਾਰਿਆਂ ਨਾਲੋਂ ਉੱਚਾ ਤੇ ਸਾਰਿਆਂ ਨਾਲੋਂ ਸੁੱਚਾ। ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਜਿਸ ਹਿਰਦੈ ਭਗਵੰਤ। ਐਸੇ ਗੁਰਮੁਖਾਂ ਨੂੰ ਹੀ ਫਿਰ ਆਖਿਆ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ, ਸੱਚੇ ਨਾਮ ਨੂੰ, ਸੱਚੇ ਵਾਹਿਗੁਰੂ ਜੀ ਨੂੰ। ਨਾਨਕ ਵੱਡੇ ਸੇਵਟ ਭਾਗੀ, ਉਹ ਵੱਡੇ ਹਨ, ਵੱਡਿਆਂ ਭਾਗਾਂ ਵਾਲੇ। ਸੰਸਾਰ ਦੇ ਵਿੱਚ ਵੱਡਾ ਕਿਸ ਨੂੰ ਮੰਨਿਆ ਜਾਂਦਾ? ਸਾਧ ਸੰਗਤ ਜੀ, ਵਿਦਵਾਨ ਨੂੰ ਵੀ ਵੱਡਾ ਮੰਨਿਆ ਜਾਂਦਾ ਸੰਸਾਰ ਦੇ ਵਿੱਚ। ਜਿਸ ਨੇ ਵਿਦਿਆ ਬਹੁਤੀ ਪੜ੍ਹੀ ਹੈ, ਵਿਦਵਾਨ, ਉਹਨੂੰ ਵੀ ਵੱਡਾ ਕਿਹਾ ਜਾਂਦਾ ਹੈ। ਸੂਰਮੇ ਨੂੰ ਵੀ ਵੱਡਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਬਾਦਸ਼ਾਹ ਨੂੰ ਵੀ ਸੰਸਾਰ ਵਿੱਚ ਵੱਡਾ ਕਿਹਾ ਜਾਂਦਾ ਹੈ, ਰਾਜੇ ਲੋਕਾਂ ਨੂੰ ਵੀ ਵੱਡੇ ਕਿਹਾ ਜਾਂਦਾ ਹੈ। ਸੰਸਾਰ ਦੇ ਵਿੱਚ ਕਿਸੇ ਕੋਲੇ ਪਦਾਰਥ ਬਹੁਤੇ ਹੋਣ, ਮਾਇਆ ਬਹੁਤੀ ਹੋਵੇ, ਤੇ ਲੋਕ ਕਹਿੰਦੇ ਬਹੁਤ ਵੱਡਾ ਹੈ। ਲੋਕ ਇਸ ਤਰ੍ਹਾਂ ਵੀ ਕਹਿੰਦੇ ਆ ਵੀ ਇਹ ਵੱਡਿਆਂ ਭਾਗਾਂ ਵਾਲਾ ਹੈ। ਇਹ ਲੋਕਾਂ ਦੀ ਸੰਸਾਰ ਦੀ ਦ੍ਰਿਸ਼ਟੀ ਹੈ, ਸੰਸਾਰ ਦਾ ਨਜ਼ਰੀਆ ਹੈ। ਸੰਸਾਰ ਇਸ ਤਰ੍ਹਾਂ ਕਿਸੇ ਨੂੰ ਵੱਡਾ ਕਹਿੰਦਾ। ਕਿਸੇ ਕੋਲੇ ਵਿਦਿਆ ਬਹੁਤੀ, ਉਹਨੂੰ ਕਹਿੰਦਾ ਹੈ ਵੀ ਇਹ ਬਹੁਤ ਵੱਡਾ ਹੈ।
ਕੋਈ ਸੰਸਾਰੀ ਤੌਰ ਤੇ ਸੂਰਮਾ ਹੀ ਉਸ ਨੂੰ ਵੱਡਾ ਕਿਹਾ ਜਾਂਦਾ ਹੈ, ਜਾਂ ਇਸੇ ਤਰ੍ਹਾਂ ਰਾਜਿਆਂ ਨੂੰ ਵੱਡਾ ਕਿਹਾ ਜਾਂਦਾ ਸੰਸਾਰ ਦੇ ਵਿੱਚ, ਜਿਹਦੇ ਕੋਲੇ ਮਾਇਆ ਪਦਾਰਥ ਬਹੁਤੀ ਉਹਨੂੰ ਵੀ ਵੱਡਾ ਕਿਹਾ ਜਾਂਦਾ। ਪਰ ਗੁਰੂ ਸਾਹਿਬ ਜੀ ਨੇ ਜਿਹੜਾ ਨਾਮ ਨਾਲ ਜੁੜਿਆ ਉਸ ਨੂੰ ਵੱਡਾ ਆਖਿਆ। ਸਾਧ ਸੰਗਤ ਜੀ, ਜੋ ਅੱਜ ਸ੍ਰੀ ਮੁਖ ਵਾਕ ਵੀ ਜੈਤਸਰ ਕੀ ਵਾਰ ਵਿੱਚੋਂ ਮਹਾਰਾਜ ਨੇ ਬਖਸ਼ਿਸ਼ ਕੀਤਾ ਨਾ ਪੰਜਵੇਂ ਪਾਤਸ਼ਾਹ, ਤੇ ਉਹਦੇ ਵਿੱਚ ਬਚਨ ਆਇਆ, ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਜੇ ਕੋਈ ਸਵਰਗ ਲੋਕ ਦੇ ਵਿੱਚ ਵੀ ਵਸਦਾ ਹੈ, ਵੀ ਜੋ ਕੁਝ ਚਾਹੀਦਾ ਹੈ, ਸਾਰੇ ਇੰਦਰੀਆਂ ਦੇ ਰਸ ਵੀ ਕਿਸੇ ਨੂੰ ਪ੍ਰਾਪਤ ਹੋਣ, ਖਾਣ ਪੀਣ ਪਹਿਨਣ ਵੇਖਣ ਸੁਣਨ ਸੁੰਘਣ ਵਾਸਤੇ ਸਭ ਕੁਝ ਮਿਲਦਾ ਹੋਵੇ, ਤੇ ਸਾਰੀ ਪ੍ਰਿਥਵੀ ਨੂੰ ਜਿੱਤ ਵੀ ਲਵੇ ਕੋਈ, ਏਡਾ ਵੱਡਾ ਰਾਜਾ ਹੋਵੇ। ਅੱਜ ਦਾ ਸ੍ਰੀ ਮੁਖ ਵਾਕ, ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ, ਨੌਵਾਂ ਖੰਡਾਂ ਦੀ ਸਾਰੀ ਪ੍ਰਿਥਵੀ ਨੂੰ ਵੀ ਕੋਈ ਜਿੱਤ ਲਵੇ। ਪਰ ਜੇ ਉਸਨੇ ਪਰਮੇਸ਼ਰ ਨੂੰ ਭੁਲਾਇਆ ਹੋਇਆ ਹੈ ਤੇ ਸਤਿਗੁਰੂ ਕਹਿੰਦੇ ਉਹ ਭਟਕਣਾ ਵਿੱਚ ਪਿਆ ਹੋਇਆ ਹੈ, ਉਹ ਰਾਜਾ ਨਹੀਂ ਹੈ। ਸਾਰੀ ਸ੍ਰਿਸ਼ਟੀ ਨੂੰ ਜਿੱਤਣ ਵਾਲਾ ਵੀ ਜਾਣੋ ਕਿ ਇੱਕ ਭੁੱਲਿਆ ਹੋਇਆ ਰਾਹੀ ਆ, ਜਿਹੜਾ ਰਸਤੇ ਤੋਂ ਭੁੱਲਿਆ ਹੋਇਆ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਣ ਭਰਮਣ ਹੈ। ਜੇ ਵਾਹਿਗੁਰੂ ਭੁੱਲਿਆ ਹੋਇਆ, ਹਰੀ ਗੋਪਾਲ ਭੁੱਲਿਆ ਹੋਇਆ, ਤੇ ਮਹਾਰਾਜ ਕਹਿੰਦੇ ਤੇ ਪ੍ਰਾਣੀ ਉਦਿਆਣ ਭਰਮਣ ਹੈ। ਉਹ ਮਨੁੱਖ, ਉਹ ਪ੍ਰਾਣੀ ਜਾਣੋ ਕਿ ਜੰਗਲ ਦੇ ਵਿੱਚ ਭਟਕ ਰਿਹਾ ਵਾ, ਭਾਵੇਂ ਉਹਨੇ ਸਾਰੀ ਧਰਤੀ ਜਿੱਤ ਲਈ ਹੈ। ਜੇ ਉਸ ਨੂੰ ਵਾਹਿਗੁਰੂ ਚੇਤੇ ਨਹੀਂ ਤੇ ਜਾਣੋ ਜੰਗਲ ਵਿੱਚ ਇੱਕ ਭੁੱਲਿਆ ਹੋਇਆ ਰਾਹੀ ਹੈ, ਜਿਹਨੂੰ ਰਾਹ ਨਹੀਂ ਲੱਭ ਰਿਹਾ। ਇਹ ਨਜ਼ਰੀਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ, ਇਹ ਪੰਚਮ ਪਾਤਸ਼ਾਹ ਜੀ ਦਾ ਨਜ਼ਰੀਆ। ਸਤਿਗੁਰੂ ਕਹਿੰਦੇ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਜਿਹੜਾ ਬੜਾ ਭਿਆਨਕ ਜੰਗਲ ਹੈ, ਉਹਨੂੰ ਇਸ ਨੇ ਨਗਰ ਕਰਕੇ ਮੰਨ ਲਿਆ, ਤੇ ਇਹ ਵਸਦੀ ਨਗਰੀ ਹੈ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮਗਰੀ ਭੇਖ ਸੱਚ ਕਰ ਜਾਣਿਆ। ਜਿਹੜੀ ਸਮਗਰੀ ਝੂਠੀ ਹੈ ਤੇ ਖਤਮ ਹੋ ਜਾਣ ਵਾਲੀ ਹੈ, ਉਸ ਨੂੰ ਇਸ ਮਨੁੱਖ ਨੇ ਸੱਚੀ ਕਰਕੇ ਮੰਨ ਲਿਆ। ਮਹਾਰਾਜ ਕਹਿੰਦੇ ਨਾ ਇਹ ਸਰੀਰ ਸਦਾ ਰਹਿਣਾ, ਨਾ ਇਹ ਮਾਇਆ ਪਦਾਰਥ ਸਦਾ ਰਹਿਣੀ। ਰਹਿਣ ਵਾਲਾ ਹੈ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਰਹਿਣ ਵਾਲਾ ਕਰਤਾਰ ਦਾ ਨਾਮ ਹੈ, ਵਾਹਿਗੁਰੂ ਦਾ ਨਾਮ ਹੈ। ਜਿਨ੍ਹਾਂ ਨੇ ਨਾਮ ਜਪਿਆ ਉਹ ਸਦਾ ਰਹਿੰਦੇ, ਉਹ ਅਮਰ ਵਿਨਾਸ਼ੀ ਹੋ ਜਾਂਦੇ। ਇਹ ਜੀਵ ਨੇ ਝੂਠੀ ਸਮਗਰੀ ਨੂੰ ਵੇਖ ਕੇ ਉਹਨੂੰ ਹੀ ਸੱਚ ਮੰਨਿਆ ਹੋਇਆ, ਜਿਹੜੀ ਮਿਥਿਆ ਹੈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਝੂਠ ਸਮਗਰੀ ਵੇਖ ਸੱਚ ਕਰ ਜਾਣਿਆ, ਝੂਠੀ ਸਮਗਰੀ ਨੂੰ ਵੇਖ ਕਰਕੇ ਸੱਚੀ ਮੰਨੀ ਬੈਠਾ। ਕਾਮ ਕ੍ਰੋਧ ਅਹੰਕਾਰ ਫਿਰਹਿ ਦੇਵਾਨਿਆ। ਕਾਮ ਕ੍ਰੋਧ ਅਹੰਕਾਰ ਵਿੱਚ ਲੱਗ ਕੇ ਮਾਰੇ ਕਹਿੰਦੇ ਕਮਲਾ ਹੋਇਆ ਫਿਰਦਾ, ਦੀਵਾਨਾ ਹੋਇਆ ਫਿਰਦਾ। ਪਰ ਪਛਤਾਉਂਦਾ ਕਦੋਂ? ਪਹਿਲਾਂ ਨਹੀਂ ਪਛਤਾਉਂਦਾ। ਮਹਾਰਾਜ ਕਹਿੰਦੇ ਉਸ ਮੌਕੇ ਤੇ ਪਛਤਾਉਂਦਾ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਜਦੋਂ ਸਿਰ ਵਿੱਚ ਜਮਾਂ ਨੇ ਡੰਡਾ ਮਾਰਿਆ ਨਾ, ਫਿਰ ਪਛਤਾਉਂਦਾ। ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਪੂਰੇ ਗੁਰੂ ਤੋਂ ਬਿਨਾ, ਪੂਰੇ ਗੁਰੂ ਦੇ ਉਪਦੇਸ਼ ਤੋਂ ਬਿਨਾ ਸ਼ੈਤਾਨ ਹੋਇਆ ਫਿਰਦਾ ਹੈ, ਭੂਤਨਾ ਬਿਤਾਲਾ ਹੋਇਆ ਫਿਰਦਾ ਹੈ। ਇਹ ਅੱਜ ਦੇ ਸ੍ਰੀ ਮੁਖ ਵਾਕ ਅੰਦਰ ਮਹਾਰਾਜ ਸਾਹਿਬ ਜੀ ਨੇ ਸਿੱਖਿਆ ਦਿੱਤੀ। ਸਤਿਗੁਰੂ ਕਹਿੰਦੇ ਜਿਹੜਾ ਬਾਹਰੀ ਦਿਸਣ ਵਾਲਾ ਵੱਡਾ ਹੈ, ਅਸਲ ਵਿੱਚ ਉਹ ਵੱਡਾ ਨਹੀਂ। ਜੇ ਨਾਮ ਨੂੰ ਭੁਲਾ ਦਿੱਤਾ ਹੈ ਤੇ ਸਾਰੀ ਧਰਤੀ ਨੂੰ ਜਿੱਤਣ ਵਾਲਾ ਵੀ ਜਾਣੋ ਇੱਕ ਜੰਗਲ ਵਿੱਚ ਭਟਕਿਆ ਹੋਇਆ ਰਾਹੀ ਹੈ। ਤੇ ਦੂਸਰੇ ਪਾਸੇ ਮਹਾਰਾਜ ਕਹਿੰਦੇ ਇੱਕ ਜੰਗਲ ਵਿੱਚ ਬੈਠਾ ਹੋਇਆ, ਕੱਖਾਂ ਦੀ ਕੁੱਲੀ ਪਾ ਕਰਕੇ, ਤੇ ਕੱਖਾਂ ਦੀ ਜਿਹੜੀ ਕੁੱਲੀ ਪਾਈ ਉਹ ਵੀ ਟੁੱਟੀ ਹੋਈ, ਉਤੋਂ ਉਹਦੇ ਵੇਚਦੀ ਆਕਾਸ਼ ਦੀ ਹਦਾਇਤਾਂ। ਜਿਹੜੇ ਗਲ ਵਿੱਚ ਬਸਤਰ ਪਾਏ ਹੋਏ ਉਹ ਵੀ ਫਟੇ ਪੁਰਾਣੇ ਹਨ, ਥਾਂ ਥਾਂ ਤੇ ਟਾਕੀਆਂ ਲੱਗੀਆਂ ਹੋਈਆਂ, ਫਟੇ ਹੋਏ ਆ। ਨਾ ਉੱਚੀ ਜਾਤ ਹੈ, ਨਾ ਪੱਤ ਹੈ, ਨਾ ਕੋਈ ਇੱਜ਼ਤ ਦਿੰਦਾ ਹੈ, ਨਾ ਕੋਈ ਆਦਰ ਦਿੰਦਾ ਹੈ।
ਨਾ ਕੋਈ ਮਿੱਤਰ ਬਣਦਾ ਹੈ, ਕਿਉਂਕਿ ਸੰਸਾਰ ਦੇ ਵਿੱਚ ਮਿੱਤਰ ਵੀ ਲੋਕ ਪਦਾਰਥ ਵੇਖ ਕੇ ਮਿੱਤਰਤਾ ਪਾਉਂਦੇ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ। ਜਿਸ ਦਾ ਕੋਈ ਮਿੱਤਰ ਵੀ ਨਹੀਂ ਹੈ, ਜਿਸ ਨਾਲ ਕੋਈ ਪਿਆਰ ਵੀ ਨਹੀਂ ਕਰਦਾ ਹੈ, ਜਿਸ ਦਾ ਰੂਪ ਵੀ ਨਹੀਂ ਹੈ ਚੰਗਾ, ਕੋਈ ਰਿਸ਼ਤੇਦਾਰ ਸੱਜਣ ਮਿੱਤਰ ਵੀ ਨਹੀਂ ਹਨ, ਪਰ ਜੇ ਉਸ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਿਆ ਹੋਇਆ ਹੈ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੈਤਸਰੀ ਕੀ ਵਾਰ ਵਿੱਚ ਹੀ ਕਹਿੰਦੇ ਆ, ਜਿਸ ਵਾਰ ਦੇ ਵਿੱਚ ਅੱਜ ਦਾ ਸ੍ਰੀ ਮੁਖ ਵਾਕ ਮਹਾਰਾਜ ਨੇ 9ਵੀਂ ਪੌੜੀ ਬਖਸ਼ਿਸ਼ ਕੀਤੀ ਆ, ਜਿਹਦੇ ਚ ਆਖਿਆ ਵੀ ਸਾਰੀ ਧਰਤੀ ਨੂੰ ਜਿੱਤਣ ਵਾਲਾ ਵੀ ਪਰਮੇਸ਼ਰ ਨੂੰ ਭੁਲਾ ਦਿੰਦਾ ਹੈ ਤੇ ਜਾਣੋ ਇੱਕ ਜੰਗਲ ਚ ਭਟਕਿਆ ਹੋਇਆ ਹੈ, ਪਰ ਇੱਕ ਜੰਗਲ ਵਿੱਚ ਬੈਠਾ ਹੋਇਆ ਕੱਖਾਂ ਦੀ ਕੁੱਲੀ ਪਾ ਕਰਕੇ ਜੇ ਉਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ, ਉਹਦਾ ਹਿਰਦਾ ਨਾਮ ਵਿੱਚ ਭਿੱਜਿਆ ਹੋਇਆ, ਤੇ ਮਹਾਰਾਜ ਕਹਿੰਦੇ ਉਹ ਸਾਰੀ ਧਰਤੀ ਦਾ ਰਾਜਾ ਹੈ, ਸਾਰੀ ਧਰਤੀ ਦਾ ਰਾਜਾ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਣ ਪਰਮਿੰਨਾ। ਮਿੱਤਰ ਨਾਇਠ, ਮਿੱਤਰ ਨਾਇਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟਿਕਾ ਹਰ ਨਾਮ ਮਨ ਭਿੰਨਾ। ਉਹਦਾ ਮਨ ਭਿੱਜਾ ਹੋਇਆ ਵਾਹਿਗੁਰੂ ਦੇ ਨਾਮ ਵਿੱਚ, ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਐਸੇ ਗੁਰਮੁਖ ਦੇ ਚਰਨਾਂ ਦੀ ਧੂੜ ਵੀ ਮਿਲ ਜਾਵੇ ਤੇ ਜੀਵ ਦਾ ਉਧਾਰ ਹੋ ਜਾਂਦਾ ਹੈ। ਪਰਮੇਸ਼ਰ ਅਤਿਅੰਤ ਖੁਸ਼ ਹੁੰਦੇ ਆ ਉਸ ਗੁਰਮੁਖ ਦੀ ਚਰਨ ਧੂੜੀ ਲੈਣ ਕਰਕੇ। ਜਦੋਂ ਕੋਈ ਉਸ ਪ੍ਰਭੂ ਦੇ ਪਿਆਰੇ ਦੀ ਚਰਨ ਧੂੜੀ ਲੈਂਦਾ ਹੈ, ਚਰਨ ਧੂੜੀ ਲੈਣ ਵਾਲੇ ਦੇ ਉੱਤੇ ਵੀ ਵਾਹਿਗੁਰੂ ਜੀ ਬਹੁਤੇ ਪ੍ਰਸੰਨ ਹੁੰਦੇ, ਬਹੁਤੇ ਖੁਸ਼ ਹੁੰਦੇ। ਸਤਿਗੁਰੂ ਜੀ ਇਹ 34ਵੀਂ ਪੌੜੀ ਸਿੱਧ ਗੋਸ਼ਟ ਦੀ ਸਮਾਪਤ ਕਰਦਿਆਂ ਹੋਇਆਂ ਕਹਿੰਦੇ ਆ, ਨਾਨਕ ਵੱਡੇ ਸੇ ਵਡਭਾਗੀ। ਵੱਡਿਆਂ ਨਾਲੋਂ ਉਹ ਵੱਡੇ ਆ, ਉਹ ਵੱਡੇ ਤੇ ਵੱਡਿਆਂ ਭਾਗਾਂ ਵਾਲੇ ਆ, ਜਿਨੀ ਸੱਚ ਰੱਖਿਆ ਔਰ ਧਾਰ। ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਸੱਚੇ ਨਾਮ ਨੂੰ ਵਸਾਇਆ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੱਚ ਕੀ ਹੈ ਸਾਧ ਸੰਗਤ ਜੀ? ਸੱਚ ਪਰਮੇਸ਼ਰ ਹੈ, ਪ੍ਰਭੂ ਦਾ ਨਾਮ ਹੀ ਸੱਚਾ ਹੈ। ਬਾਕੀ ਤਾਂ ਮਾਰੇ ਕਹਿੰਦੇ ਸਭ ਕੁਝ ਝੂਠ ਹੀ ਝੂਠ ਹੈ। ਜੋ ਕੋਈ ਦਿਸ ਰਿਹਾ ਕਦੀ ਨਹੀਂ ਸੀ, ਕਦੀ ਨਹੀਂ ਹੋਣਾ ਹੈ, ਵਿਚਾਲੇ ਵਿਚਾਲੇ ਹੈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਸਾ ਕੀ ਵਾਰ ਦੇ ਵਿੱਚ ਇਸੇ ਦਾ ਖੁਲਾਸਾ ਕਰਦਿਆਂ ਹੋਇਆ ਆਖਿਆ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ। ਤੇ ਗਰੀਬ ਨਵਾਜ ਨੇ ਕਹਿੰਦਿਆਂ ਅਖੀਰ ਤੇ ਜਾ ਕੇ ਕਹਿ ਦਿੱਤਾ, ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ। ਕਿ हे ਪ੍ਰਭੂ ਤੇਰੇ ਤੋਂ ਬਿਨਾ ਸਭ ਕੁਝ ਕੂੜ ਹੀ ਕੂੜ ਹੈ, ਝੂਠ ਹੀ ਝੂਠ ਹੈ। ਉਹ ਵੱਡਿਆਂ ਭਾਗਾਂ ਵਾਲੇ ਆ। ਸੰਸਾਰ ਦਾ ਕੋਈ ਵਿਦਵਾਨ ਵੀ ਉਹਦੇ ਬਰਾਬਰ ਨਹੀਂ ਐਸੇ ਗੁਰਮੁਖ ਦੇ, ਕੋਈ ਸੂਰਮਾ ਵੀ ਉਹਦੇ ਬਰਾਬਰ ਨਹੀਂ, ਕੋਈ ਰਾਜਾ ਕੋਈ ਚੱਕਰਵਰਤੀ ਛਤਰਪਤੀ ਬਾਦਸ਼ਾਹ ਵੀ ਉਸ ਦੇ ਬਰਾਬਰ ਨਹੀਂ। ਸਾਰੇ ਉਹਦੇ ਤੋਂ ਨੀਵੇਂ ਆ। ਉਹ ਸਭ ਤੋਂ ਉੱਚਾ ਹੈ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਿਆ ਹੈ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਪ੍ਰਭੂ ਦੀ ਭਗਤੀ ਕਰਨ ਵਾਲੇ ਦੇ ਬਰਾਬਰ ਦੂਜਾ ਕੋਈ ਹੈ ਹੀ ਨਹੀਂ। ਉਹ ਸਭ ਤੋਂ ਉੱਚਾ ਹੈ, ਕਿਉਂਕਿ ਪ੍ਰਭੂ ਦਾ ਨਾਮ ਸਭ ਤੋਂ ਉੱਚਾ ਹੈ। ਜਿਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਉਹ ਵੀ ਸਭ ਤੋਂ ਉੱਚਾ ਹੈ। ਨਾਨਕ ਵੱਡੇ ਸੇਵਟ ਭਾਗੀ, ਜਿਨੀ ਸੱਚ ਰੱਖਿਆ ਔਰ ਧਾਰ। ਜਿਨ੍ਹਾਂ ਨੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਸਿੱਧੋ, ਉਹ ਵੱਡੇ ਆ, ਉਹ ਵੱਡਿਆਂ ਭਾਗਾਂ ਵਾਲੇ ਆ। ਤੇ ਸੱਚਾ ਨਾਮ ਪ੍ਰਭੂ ਦਾ ਨਾਮ ਪੂਰੇ ਗੁਰੂ ਦੇ ਪਾਸੋਂ ਪ੍ਰਾਪਤ ਹੁੰਦਾ ਹੈ। ਇਹ 34ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਬਿਨ ਸਬਦੈ ਸਭ ਦੂਜੈ ਲਾਗੀ, ਦੇਖਾ ਤੈ ਵਿਚਾਰ। ਨਾਨਕ ਵੱਡੇ ਸੇ ਵੱਡ ਭਾਗੀ,
ਜਿਨੀ ਸੱਚ ਰਖਿਆ ਔਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।